ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਵਿੱਚ ਅਚਨਚੇਤ ਖਲਬਲੀ ਮਚ ਗਈ ਹੈ। ਆਖਰ ਇੰਨੀ ਉਤੇਜਨਾ ਕਿਉਂ ਦਿਖਾਈ ਗਈ? ਤੇ ਦੂਜੀ ਗੱਲ ਕਿ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਪਰਿਸਥਿਤੀਆਂ ਦੇ ਵਿੱਚ ਕੰਟੀਨਿਊ ਕਰ ਪਾਉਣਗੇ ਕਿ ਨਹੀਂ। ਦੋ ਕਾਫੀ ਮਾਹਿਰ ਇਹਨਾਂ ਮਾਮਲਿਆਂ ਦੇ ਮੇਰੇ ਨਾਲ ਨੇ, ਜਿਨ੍ਹਾਂ ਕੋਲ ਆਪਣੇ ਕੁਝ ਕਾਰਨ ਨੇ, ਇਹਨਾਂ ਮਾਮਲਿਆਂ ਦੀ ਸਮਝ ਹੈ, ਆਲੇ ਦੁਆਲੇ ਚ ਘਟਨਾਵਾਂ ਦੇ ਕੀ ਪਿਆ ਉਹਦੀ ਸਮਝ ਹੈ। ਮੈਂ ਡਾਕਟਰ ਐਸਪੀ ਸਿੰਘ, ਜਿਹੜੇ ਕਿ ਸਾਬਕਾ ਵਾਈਸ ਚਾਂਸਲਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਹਨਾਂ ਨੂੰ ਜੀ ਆਇਆਂ ਆਖਦਾ। ਨਾਲ ਸਾਡੇ ਸੀਨੀਅਰ ਸਾਥੀ ਨੇ ਰਜੀਵ ਭਾਸਕਰ ਜੀ, ਉਹਨਾਂ ਨੂੰ ਜੀ ਆਇਆਂ ਆਖਦਾ। ਡਾਕਟਰ ਸਾਹਿਬ, ਮੈਂ ਸਿੱਧਾ ਰਸਮੀ ਗੱਲਬਾਤ ਤੋਂ ਪਾਸੇ ਹੁੰਦਿਆਂ ਪੰਜਾਬ ਦੇ ਮੌਜੂਦਾ ਸਥਿਤੀ ਦੇ ਵਿੱਚ ਜਿਹੜੀ ਅਚਨਚੇਤ ਉਤੇਜਨਾ ਆਈ, ਤੇ ਦੂਜੇ ਬੰਨੇ ਜਿਹੜੀ ਅਸੀਂ ਦੇਖ ਰਹੇ ਹਾਂ ਹੁਣ ਸਥਿਤੀ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਅੱਗੇ ਬਤੌਰ ਮੁੱਖ ਮੰਤਰੀ ਵਧਣਾ ਕਿੰਨਾ ਕੁ ਸੰਭਵ ਹੋਏਗਾ, ਇਹ ਸਵਾਲ ਇਸ ਵੇਲੇ ਤੈਰ ਰਹੇ ਆ ਪੂਰੀ ਫਿਜ਼ਾ 'ਚ। ਕੀ ਕਹਿੰਦੇ ਹੋ? ਦੇਖੋ, ਪਹਿਲੀ ਗੱਲ ਹੈ ਕਿ ਰਾਜਨੀਤੀ ਵਿੱਚ ਸੰਭਵ ਤੇ ਕੁਝ ਨਹੀਂ ਹੁੰਦਾ, ਪਰ ਮੌਜੂਦਾ ਸਥਿਤੀਆਂ ਦੇ ਵਿੱਚ ਕੋਈ ਪੁਆਇੰਟ ਆਫ ਨੋ ਰਿਟਰਨ, ਕੋਈ ਵਾਪਸ ਜਾਣ ਵਾਲੀ ਗੱਲ ਨਹੀਂ ਲੱਗਦੀ। ਜਿਹੜੇ 4 ਮਿਨਿਸਟਰ ਨੇ, ਪ੍ਰਗਟ ਸਿੰਘ ਨੇ ਤੇ ਨਾਲ MLA ਨੇ ਜਿਹੜਾ ਫੈਸਲਾ ਕੀਤਾ ਹੈ, ਉਹ ਆਪਣੇ ਆਪ ਵਿੱਚ ਕੈਪਟਨ ਅਮਰਿੰਦਰ ਸਿੰਘ ਲਈ ਬਹੁਤ ਵੱਡਾ ਸੰਕਟ ਹੈ, ਜਿਹਦੇ ਵਿੱਚ ਟਿਕਣਾ ਜਿਹੜਾ ਹੈ ਉਹ ਬਹੁਤਾ ਸੰਭਵ ਨਹੀਂ। ਜੇ ਇਹ ਗੱਲ ਮੰਨ ਲਈ ਜਾਏ ਕਿ ਇਸ ਗੱਲ ਦੇ ਵਿੱਚ ਹਾਈ ਕਮਾਂਡ ਦੀ ਵੀ ਕੋਈ ਜਿਹੜੀ ਹੈ ਉਹ ਹੱਥ ਹੈ, ਤੇ ਉਹਨੂੰ ਛੁਡਾਇਆ ਵੀ ਨਹੀਂ ਜਾ ਸਕਦਾ, ਕਿਉਂਕਿ ਜਿਹੜੀ ਸ਼ਾਹ ਦੀ ਔਰ ਮੋਦੀ ਨਾਲ ਜਿਹੜੀ ਮੀਟਿੰਗ ਹੈ ਉਹ ਕਦੇ ਵੀ ਹਾਈ ਕਮਾਂਡ ਦੇ ਗਲੇ ਜਿਹੜੀ ਹੈ ਅਜੇ ਤੱਕ ਉਤਰਦੀ ਨਹੀਂ। ਪਰ ਫਿਰ ਵੀ ਇਹ ਗੱਲ ਸਮਝ ਲਈ ਜਾਏ ਕਿ ਜਿਸ ਤਰ੍ਹਾਂ ਇਹ ਸਹੁੰ ਖਾ ਕੇ ਜਿਵੇਂ ਲੱਗਦਾ ਹੈ, ਤੇ ਜਿਵੇਂ ਪੂਰੇ ਦਾ ਪੂਰਾ ਇਕੱਠੇ ਹੋ ਕੇ ਈਵਨ ਸਿੱਧੂ ਨੂੰ ਵੀ ਇੱਕ ਪਾਸੇ ਛੱਡ ਕੇ ਵੀ ਉਹ ਜਾਣ ਨੂੰ ਤਿਆਰ ਹੋਏ ਨੇ, ਤੇ ਉਹ ਤੋਂ ਇਹ ਲੱਗਦਾ ਹੈ ਕਿ ਵਾਪਸ ਤੇ ਉਹ ਨਹੀਂ ਆ ਸਕਦੇ। ਕਿਉਂਕਿ ਦੂਜੀ ਗੱਲ ਇਹ ਹੈ ਕਿ ਜਿਹੜੀ ਗੱਲ ਚੰਨੀ ਉਹਨਾਂ ਨੇ ਕਹੀ ਹੈ, ਉਹਨਾਂ ਕਿਹਾ ਹੈ ਕਿ ਜੇ ਅਸੀਂ ਹਾਈ ਕਮਾਂਡ ਕੋਲ ਜਾਵਾਂਗੇ, ਜੇ ਹਾਈ ਕਮਾਂਡ ਨਹੀਂ ਸੁਣੇਗਾ ਤੇ ਬੈਠ ਕੇ ਅਸੀਂ ਹੋਰ ਫੈਸਲਾ ਕਰਾਂਗੇ। ਹੁਣ ਹੋਰ ਫੈਸਲਾ ਜਿਹੜਾ ਹੈ ਉਹ ਕੀ ਹੋ ਸਕਦਾ? ਉਹ ਇੱਕੋ ਗੱਲ ਹੈ ਕਿ ਜੇ ਕੈਪਟਨ ਨੂੰ ਹਟਾਉਣ ਬਾਰੇ ਹਾਈ ਕਮਾਂਡ ਮੰਨ ਜਾਂਦੀ ਹੈ ਤੇ ਉਸ ਵੇਲੇ ਕੈਪਟਨ ਦਾ ਅਸਤੀਫਾ ਹੁੰਦਾ ਹੈ, ਤੇ ਸ਼ਾਇਦ ਉਹ ਸੰਕਟ ਜਿਹੜਾ ਉਹ ਕਾਂਗਰਸ ਲਈ ਜਿਹੜਾ ਉਹ ਚੱਲ ਜਾਂਦਾ। ਪਰ ਇੱਥੇ ਤਾਂ ਸਥਿਤੀ ਇਹ ਵੀ ਲੱਗਦੀ ਹੈ ਕਿ ਜੇ ਹਾਈ ਕਮਾਂਡ ਵੀ ਅਜੇ ਨਾ ਮੰਨਦੀ ਹੋਵੇ ਤੇ ਉਹ ਦਿੱਲੀ ਤੋਂ ਵਾਪਸ ਉਹਨਾਂ ਨੇ ਜੇ ਆਉਣਾ ਹੈ ਤੇ ਆ ਕੇ ਫੈਸਲਾ ਇਹ ਕਰਨਾ ਹੈ ਕਿ ਕੀ ਅਸੀਂ ਕਿਸੇ ਹੋਰ ਧਿਰ ਨਾਲ ਜੁੜ ਕੇ ਮੈਜੋਰਟੀ ਬਣਾ ਕੇ ਕੈਪਟਨ ਨੂੰ ਪਾਸੇ ਕਰ ਸਕਦੇ ਹਾਂ ਵੋਟ ਆਫ ਨੋ ਕੌਨਫੀਡੈਂਸ ਵਿੱਚ। ਔਰ ਉਹਦੇ 'ਚ ਕਿਹੜੀ ਧਿਰ ਉਹਦੇ 'ਚ ਧਿਰ ਇੱਕੋ ਹੀ ਹੋ ਸਕਦੀ ਹੈ, ਕਿਉਂਕਿ ਨੰਬਰ ਦੀ ਗੇਮ ਹੈ ਕਿ ਜੇਕਰ ਅਸੀਂ ਮੰਨ ਲਈਏ ਕਿ ਅੱਜ ਉਹ 32 ਕਹਿ ਰਹੇ ਨੇ, ਤੇ ਜੇ ਕੁਝ ਹੋਰ ਜੁੜ ਜਾਂਦੇ ਨੇ 40 ਤੱਕ ਮਿਨਿਸਟਰ ਪਾ ਕੇ 40 ਤੱਕ ਗਿਣਤੀ ਹੁੰਦੀ ਹੈ, ਲੇਕਿਨ ਉਹ 117 ਦਾ ਅੱਧ ਨਹੀਂ ਬਣਦਾ। ਇਸ ਕਰਕੇ ਉਹਨਾਂ ਨੂੰ ਉਹ ਪਾਰਟੀ ਚਾਹੀਦੀ ਹੈ ਜਿਹਦੇ ਕੋਲ ਕੁਝ ਗਿਣਤੀ ਜਿਹੜੀ ਹੋਵੇ, ਔਰ ਉਹ ਗਿਣਤੀ ਜਿਹੜੀ ਹੈ ਸਿਰਫ ਆਪ ਵਾਲਿਆਂ ਕੋਲ ਹੈ। ਔਰ ਆਪ ਦੇ ਜਿਹੜੀ ਹੈ ਉਹਦੇ ਨਾਲ ਜਿਹੜਾ ਹੈ ਉਹ ਇਕਸੁਰਤਾ ਕਰਕੇ ਜਾਂ ਆਪ ਨਾਲ ਜਿਹੜਾ ਕੋਈ ਸਮਝੌਤਾ ਕਰਕੇ, ਇਹ ਗੱਲ ਪਹਿਲਾਂ ਸ਼ੁਰੂ ਹੀ ਇੱਥੋਂ ਹੋਈ ਹੋਏਗੀ, ਨਹੀਂ ਤੇ ਮੰਨਿਆ ਨਹੀਂ ਜਾ ਸਕਦਾ ਕਿ ਐਡਾ ਵੱਡਾ ਰਿਵੋਲਟ ਜਿਹੜਾ ਉਹ ਕਾਂਗਰਸ। ਤੁਹਾਨੂੰ ਲੱਗਦਾ ਕਿ ਇਹ ਪੁਰਾਣੇ ਟਕਸਾਲੀ ਕਾਂਗਰਸੀ ਕਾਂਗਰਸ ਨੂੰ ਤੋੜ ਦੇਣਗੇ? ਦੂਜੇ ਬੰਨੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਟੁੱਟ ਹੋ ਜਾਊਗੀ, ਕੇਜਰੀਵਾਲ ਪਾਸੇ ਰੱਖਤੇ ਜਾਣਗੇ ਔਰ ਜਿਹੜੇ ਪੰਜਾਬ ਹਤੈਸ਼ੀ ਆ ਜਾਣਗੇ। ਤੁਹਾਨੂੰ ਇੰਜ ਲੱਗਦਾ ਹੋ ਰਿਹਾ? ਨਹੀਂ, ਇਹ ਵੀ ਹੋ ਸਕਦਾ, ਤੇ ਹੋ ਸਕਦਾ ਆਪ ਆਫੀਸ਼ੀਅਲੀ ਵੀ ਆ ਜਾਏ ਜੀ, ਕਿਉਂਕਿ ਇਸ ਵੇਲੇ ਉਹਨਾਂ ਨੂੰ ਅਗਲੀ ਇਲੈਕਸ਼ਨ ਦੇ ਵਿੱਚ ਆਪ ਨੂੰ ਕਲੀਅਰ ਲੱਗਦਾ ਹੈ ਕਿ ਜੇਕਰ ਅਸੀਂ ਇਹ ਕਾਂਗਰਸ ਦਾ ਜਿਹੜਾ ਧੜਾ ਟੁੱਟ ਕੇ ਆਏਗਾ, ਜਿਹਦੀ ਕਿ ਆਪਣੇ ਆਪ ਹੀ ਜਿਹੜੀ ਹੈ ਇਸ ਵੇਲੇ ਲੋਕਾਂ ਦੇ ਵਿੱਚ ਕਾਫੀ ਪਪੂਲੈਰਿਟੀ ਹੋ ਗਈ ਹੈ, ਕਿਉਂਕਿ ਜਿਹੜੀ ਬੇਅਦਬੀ ਦੇ ਮਸਲੇ ਦੀ ਗੱਲ ਹੋਵੇ, ਜਿਹੜੀ ਟਰਾਂਸਪੋਰਟ ਮਾਫੀਆ ਦੀ ਗੱਲ ਹੋਵੇ, ਮਾਈਨਿੰਗ ਦੀ ਹੋਵੇ, ਇਹ ਗੱਲਾਂ ਸਭ ਤੋਂ ਪਹਿਲਾਂ ਲੜਾਈ ਸ਼ੁਰੂ ਕਰਨ ਤੋਂ ਪਹਿਲਾਂ ਜਿੱਥੇ ਨਵਜੋਤ ਸਿੱਧੂ ਕਰਦਾ ਸੀ, ਉੱਥੇ ਨਾਲ ਹੀ ਸੁਖਜਿੰਦਰ ਰੰਧਾਵਾ ਨੇ ਇਸ ਗੱਲ ਦਾ ਜਿਹੜਾ ਸੀ ਉਹ ਕੰਮ ਸ਼ੁਰੂ ਕੀਤਾ। ਸੋ ਇਹ ਧੜਾ ਜਿਹੜਾ ਹੈ ਬੇਅਦਬੀ ਦਾ, ਇਹ ਧੜਾ ਜਿਹੜਾ ਹੈ ਇਹ ਬੱਸਾਂ ਦਾ, ਇਹ ਧੜਾ ਜਿਹੜਾ ਹੈ ਇਹ ਬਿਜਲੀ ਦਾ ਜਿਹੜਾ ਧੜਾ ਹੈ, ਜਿਹੜਾ ਇਹ ਹੱਕਾਂ ਦੀ ਜਿਹੜੀ ਹੈ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ, ਤੇ ਆਮ ਆਦਮੀ ਪਾਰਟੀ ਵੀ ਇਹੀ ਗੱਲ ਕਰਦੀ। ਮੈਂ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਆਉਣਾ ਹੈ ਕਿ ਆਖਰੀ ਉਤੇਜਨਾ ਦਾ ਕੀ ਕਾਰਨ ਸੀ? ਤੁਹਾਡੇ ਕੋਲ ਬੜੇ ਜੈਨੂਇਨ ਕਾਰਨ ਤੁਸੀਂ ਗੈਰ ਰਸਮੀ ਗੱਲਬਾਤ ਦੇ ਵਿੱਚ ਦੱਸਿਆ ਕਿ ਉਤੇਜਨਾ ਕਿਉਂ ਵਧੀ, ਲੇਕਿਨ ਭਾਸਕਰ ਸਾਹਿਬ ਦਾ ਵਿਊ ਪੁਆਇੰਟ ਲੈ ਲਈਏ ਇਸ ਮਾਮਲੇ 'ਚ ਕਿ ਮੰਨ ਲਓ ਸਥਿਤੀ ਐ ਅੱਗੇ ਵੱਧ ਜਾਂਦੀ, ਹਾਈ ਕਮਾਂਡ ਨਹੀਂ ਮੰਨਦੀ, ਪੰਜਾਬ ਦੇ ਇਹਨਾਂ ਕਾਂਗਰਸੀਆਂ ਕੋਲ ਜਿਹੜੇ ਬਾਗੀ ਦਿਸ ਰਹੇ ਆ, ਇਹਨਾਂ ਕੋਲ ਬਦਲ ਕੀ ਨੇ, ਆਪਸ਼ਨਸ ਕੀ ਨੇ, ਕੀ ਹੋ ਸਕਦਾ? ਸਭ ਤੋਂ ਪਹਿਲੇ ਤੇ ਤੁਸੀਂ ਦੇਖੋ ਕਿ ਜਦੋਂ ਤੋਂ ਕਾਂਗਰਸ ਦੇ ਵਿੱਚ ਰਫੜ ਪਿਆ ਹੈ, ਐਲੀਗੇਸ਼ਨ ਉਹੀ ਹੈ ਜਿਹੜੇ ਅੱਜ ਇਹ 4 ਮੰਤਰੀ ਜਾਂ 32 MLA ਦੀ ਮੀਟਿੰਗ ਦੇ ਵਿੱਚੋਂ ਨਿਕਲ ਕੇ ਆਏ, ਸੇਮ ਐਲੀਗੇਸ਼ਨ ਕਿ ਬਾਦਲ ਤੇ ਕੈਪਟਨ ਰਲੇ ਹੋਏ ਨੇ। ਇਹੀ ਐਲੀਗੇਸ਼ਨ ਸਿੱਧੂ ਨੇ ਵੀ ਆਪਣੀ ਸੀਰੀਜ਼ ਆਫ ਪ੍ਰੈਸ ਕਾਨਫਰੰਸ ਦੇ ਵਿੱਚ ਲਾਏ ਸੀਗੇ।
ਉੱਥੋਂ ਤੋਂ ਔਰ ਹੁਣ ਤੱਕ ਫਰਕ ਸਿਰਫ ਇਹ ਆਇਆ ਕਿ ਪਹਿਲੇ ਕਿਸੇ ਵੀ ਜਗ੍ਹਾ ਇਹ ਨਹੀਂ ਕਿਹਾ ਗਿਆ ਕਿ ਸਾਨੂੰ ਇਹ ਮੁੱਖ ਮੰਤਰੀ ਨਹੀਂ ਚਾਹੀਦਾ। ਅੱਜ ਖੁੱਲ ਕੇ ਇਹ ਗੱਲ ਸਾਹਮਣੇ ਆਈ ਹੈ ਕਿ ਸਾਨੂੰ ਇਹ ਮੁੱਖ ਮੰਤਰੀ ਨਹੀਂ ਚਾਹੀਦਾ। ਹੁਣ ਤੁਸੀਂ ਇਹ ਪੁੱਛਿਆ ਵੀ ਇਹਦੀ ਇਮੀਡੀਏਟ ਪ੍ਰੋਵੋਕੇਸ਼ਨ ਯਾਨੀ ਉਤੇਜਕ ਗੱਲ ਕਿਉਂ ਬਣੀ ਨਹੀਂ ਕਿ ਅੱਜ ਇਹ ਗੱਲ ਸਾਫ਼ ਤੌਰ ਤੇ ਕਹਿ ਦਿੱਤੀ ਗਈ। ਇਹਦੇ ਪਿੱਛੇ ਕੋਈ ਨਾ ਕੋਈ ਪਲੈਨਿੰਗ, ਕੋਈ ਨਾ ਕੋਈ ਸਾਜ਼ਿਸ਼, ਕੋਈ ਨਾ ਕੋਈ ਤਾਰ ਹਿਲੇ ਨੇ, ਜਿਹਦੇ ਕਰਕੇ ਅੱਜ ਅਚਾਨਕ ਹੀ ਬਿਨਾਂ ਕਿਸੇ ਕਾਰਨ ਇਸ ਕਰਕੇ ਕਿ ਪਿੱਛੇ ਕੈਪਟਨ ਅਮਰਿੰਦਰ ਸਿੰਘ ਸਿੱਧੂ ਉਹਨਾਂ ਦੀ, ਭਗਤ ਸਿੰਘ ਦੀ ਔਰ ਕੁਲਜੀਤ ਨਾਗਰਾ ਉਹਨਾਂ ਦੀ ਇੱਕ ਮੀਟਿੰਗ ਹੋਈ ਸੀ। ਉਸ ਤੋਂ ਬਾਅਦ ਮੈਸੇਜ ਮਾਰਕੀਟ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਇਹ ਗਿਆ ਕਿ ਹੁਣ ਪੀਸ ਹੋ ਗਈ ਹੈ, ਹੁਣ ਸ਼ਾਂਤੀ ਹੋ ਗਈ ਹੈ। ਅਗਲੇ ਵੀਰਵਾਰ ਸਪਤਾਹਿਕ ਮੀਟਿੰਗ ਸ਼ੁਰੂ ਹੋਣ ਵਾਲੀ ਹੈ, ਜਿਹਦੇ ਵਿੱਚ ਉਹਨਾਂ ਮਸਲਿਆਂ ਦਾ ਹੱਲ ਹੋਏਗਾ ਜਿਹੜੇ ਮਸਲੇ ਸਿੱਧੂ ਉਹਨਾਂ ਨੇ ਵੀ ਛੇੜੇ ਸੀਗੇ। ਪਰ ਅੱਜ ਅਚਾਨਕ ਹੀ ਉਹਨਾਂ ਮੁੱਦਿਆਂ ਦੇ ਉੱਤੇ ਕੈਪਟਨ ਸਾਹਿਬ ਤੋਂ ਕੋਈ ਉਮੀਦ ਨਹੀਂ ਹੈ। ਇਹ ਸਾਰੇ ਮੰਤਰੀ ਜਿਹੜੇ 4 ਮੰਤਰੀ ਹੈਗੇ ਆ ਔਰ ਭਗਤ ਸਿੰਘ ਉਹਨਾਂ ਇਹ ਗੱਲ ਸਾਫ਼ ਤੌਰ ਤੇ ਕਹਿੰਦੇ ਆ ਔਰ ਉਸ ਤੋਂ ਕਹਿਣ ਤੋਂ ਬਾਅਦ ਇਮੀਡੀਏਟਲੀ ਉਹ ਦਿੱਲੀ ਦਾ ਰੁਖ ਕਰ ਲੈਂਦੇ ਆ। ਹਜੇ ਅੰਬਾਲੇ ਨਹੀਂ ਪਹੁੰਚੇ ਹੁੰਦੇ, ਮੈਸੇਜ ਆਉਂਦਾ ਹੈ ਵੀ ਤੁਸੀਂ ਦੇਹਰਾਦੂਨ ਵਾਲੀ ਸਾਈਡ ਗੱਡੀ ਮੋੜ ਲਓ ਕਿਉਂਕਿ ਹਰੀਸ਼ ਰਾਵਤ ਨੂੰ ਮਿਲੋ। ਹਰੀਸ਼ ਰਾਵਤ ਉਹਨਾਂ ਦੇਹਰਾਦੂਨ ਹੈਗੇ ਨੇ। ਉਸ ਤੋਂ ਪਹਿਲੇ ਖਬਰ ਇਹ ਵੀ ਹੈ ਕਿ ਸਵੇਰੇ ਹਰੀਸ਼ ਰਾਵਤ ਉਹਨਾਂ ਦੀ, ਖੜਗੇ ਉਹਨਾਂ ਦੀ ਔਰ ਸੋਨੀਆ ਗਾਂਧੀ ਦੀ ਇੱਕ ਮੀਟਿੰਗ ਹੁੰਦੀ ਹੈ। ਉਸ ਮੀਟਿੰਗ ਦੇ ਵਿੱਚ ਜਿਹੜੇ ਇਸ਼ੂ ਛੇੜੇ ਜਾਂਦੇ ਨੇ ਉਹ ਰਾਜਸਥਾਨ ਔਰ ਪੰਜਾਬ ਦੇ ਛੇੜੇ ਜਾਂਦੇ ਨੇ। ਤੁਸੀਂ ਇਹ ਦੇਖੋ ਕਿ 32 ਐਮਐਲਏ ਦੀ ਮੀਟਿੰਗ ਤੋਂ ਪਹਿਲੇ ਜਿਹੜੀ ਦਿੱਲੀ ਦੇ ਵਿੱਚ 3 ਲੋਕਾਂ ਦੀ ਮੀਟਿੰਗ ਹੁੰਦੀ ਹੈ, ਜਿਹਨੂੰ ਆਪਾਂ ਪਾਰਟੀ ਹਾਈ ਕਮਾਨ ਵੀ ਕਹਿੰਦੇ ਆ, ਉਹਦੇ ਵਿੱਚ ਪੰਜਾਬ ਦੇ ਮੁੱਦੇ ਦੇ ਉੱਤੇ ਪਹਿਲੇ ਹੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਇਹ ਇੱਕ ਸਾਫ਼ ਇੱਕ ਚੀਜ਼ ਸਾਫ਼ ਹੁੰਦੀ ਹੈ ਕਿ ਕਿਸੇ ਨਾ ਕਿਸੇ ਜਗ੍ਹਾ ਤਾਰ ਦਿੱਲੀ ਤੋਂ ਹੀ ਹਿਲੇ ਨੇ, ਜਿਹਦੇ ਕਰਕੇ ਇਹ ਸਟੇਟਮੈਂਟ ਦਿੱਤੀ ਗਈ ਹੈ। ਔਰ ਖਾਸ ਕਰਕੇ ਬਦਲ ਕੀ ਨੇ ਇਹ ਤਾਂ ਮੈਂ ਡਾਕਟਰ ਐਸਪੀ ਸਿੰਘ ਤੋਂ ਵੀ ਪੁੱਛਣਾ ਕਿ ਉਤੇਜਨਾ ਦੇ ਵਿੱਚ ਜੀ ਬਦਲ ਕੀ ਨੇ। ਦੇਖੋ, ਬਦਲ ਦੀ ਗੱਲ ਕਰੀਏ ਤੇ ਫਿਲਹਾਲ ਇਹ ਗੱਲ ਲੱਗਦੀ ਹੈ ਕਿ ਮੁੱਖ ਮੰਤਰੀ ਨੂੰ ਚੇਂਜ ਕਰਨਾ, ਜੋ ਪਹਿਲੇ ਜਿਹੜੇ ਸਿੱਧੂ ਉਹਨਾਂ ਦਾ ਕਲੇਸ਼ ਚੱਲਦਾ ਸੀਗਾ ਕੈਪਟਨ ਸਾਹਿਬ ਦੇ ਨਾਲ, ਉਹਦੇ ਵਿੱਚ ਇਹ ਗੱਲ ਤੇ ਨਹੀਂ ਹੋਈ ਔਰ ਇਹ ਗੱਲ ਹਮੇਸ਼ਾ ਚੱਲੀ ਕਿ ਅੱਗੇ 6 ਮਹੀਨੇ ਤੱਕ ਕੈਪਟਨ ਸਾਹਿਬ ਕੰਟੀਨਿਊ ਕਰਨਗੇ ਔਰ ਉਹਨਾਂ 18 ਨੁਕਾਤੀ ਪ੍ਰੋਗਰਾਮ ਜਿਹੜਾ ਹਾਈ ਕਮਾਨ ਨੇ ਦਿੱਤਾ ਸੀਗਾ ਉਹਦੇ ਉੱਤੇ ਕੰਮ ਕਰਨਗੇ। ਉਹਦੇ ਵਿੱਚ ਬਹੁਤ ਸਾਰੇ ਏਦਾਂ ਦੇ ਮੁੱਦੇ ਸੀਗੇ ਜਿਹਦੇ ਵਿੱਚ ਹਜੇ ਤੱਕ ਕੰਮ ਪੂਰੇ ਵੀ ਹੋ ਸਕਦੇ ਸੀਗੇ, ਪਰ ਹਜੇ ਗੱਲ ਕਿਸੇ ਜਗ੍ਹਾ ਤੁਰੀ ਨਹੀਂ। 520 ਕਰੋੜ ਕਿਸਾਨਾਂ ਦੇ ਵਿੱਚ ਲੋਨ ਮਾਫੀ ਦਾ ਵੰਡਿਆ ਗਿਆ, ਹਜੇ ਵੰਡਿਆ ਵੀ ਨਹੀਂ ਗਿਆ, ਹਜੇ ਚੈੱਕ ਦੇਣੇ ਨੇ, ਉਹ ਜ਼ਰੂਰ ਅਨਾਉਂਸਮੈਂਟ ਹੋਈ। ਲੇਕਿਨ ਜਿਹੜੇ ਸਭ ਤੋਂ ਜ਼ਿਆਦਾ ਗੰਭੀਰ ਮੁੱਦੇ ਸੀਗੇ, ਜਿਨ੍ਹਾਂ ਦੇ ਉੱਤੇ ਕੈਪਟਨ ਸਾਹਿਬ ਦੇ ਉੱਤੇ ਐਲੀਗੇਸ਼ਨ ਲੱਗਦਾ ਸੀਗਾ ਕਿ ਉਹ ਬਾਦਲਾਂ ਨਾਲ ਰਲੇ ਹੋਏ ਨੇ, ਉਹਨਾਂ ਮੁੱਦਿਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। 27 ਅਗਸਤ ਕੋਰਟ ਵਿੱਚ ਡੇਟ ਹੈ ਜਿਹਦੇ ਵਿੱਚ ਗੱਲ ਲਿਫਾਫੇ ਖੁੱਲ੍ਹਣ ਦੀ ਹੋ ਰਹੀ ਹੈ। ਜਿਹੜੀ STF ਦੀ ਰਿਪੋਰਟ ਜਾਂ ED ਦੀ ਰਿਪੋਰਟ ਜਾਂ ਹੋਰ ਰਿਪੋਰਟਾਂ ਹੈਗੀਆਂ, ਚਟੋਪਾਧਿਆ ਉਹਨਾਂ ਦੀ ਰਿਪੋਰਟ, ਉਹਨੂੰ ਖੁੱਲ੍ਹਣ ਦੀ ਗੱਲ ਹੋ ਰਹੀ ਹੈ। ਔਰ ਉਸ ਮੁੱਦੇ ਤੇ ਜੇ ਕੈਪਟਨ ਸਾਹਿਬ ਕੁਝ ਕਰਨਾ ਚਾਹੁੰਦੇ ਤੇ ਉਹ ਲਿਫਾਫੇ ਅੱਜ ਵੀ ਖੋਲ ਸਕਦੇ ਸੀ, ਪਰ ਲਿਫਾਫੇ ਖੋਲਦੇ ਹੀ ਉਹ ਕਿੰਨਾ ਕੁ ਫਸਦੇ ਨੇ, ਕਿੰਨਾ ਕੁ ਬਚਦੇ ਨੇ, ਇਸ ਗੱਲ ਦਾ ਅੰਦਾਜ਼ਾ ਕੈਪਟਨ ਸਾਹਿਬ ਨਹੀਂ ਹੋਣਾ। ਮੈਂ ਭਾਸਕਰ ਸਾਹਿਬ ਆਉਣਾ ਹੈ ਤੁਹਾਡੇ ਵੱਲ। ਡਾਕਟਰ ਸਾਹਿਬ, ਤੁਸੀਂ ਗੈਰ ਰਸਮੀ ਗੱਲਬਾਤ ਦੇ ਵਿੱਚ ਇਸ ਉਤੇਜਨਾ ਦਾ ਜ਼ਿਕਰ ਕਰ ਰਹੇ ਸੀ ਕਿ ਇੱਕ ਮੰਤਰੀ ਨੂੰ ਲੈ ਕੇ ਘਟਨਾਵਾਂ, ਫਿਰ ਜਿਵੇਂ ਤੁਸੀਂ ਕੁੰਵਰ ਵਿਜੇ ਪ੍ਰਤਾਪ ਦੀ ਇੱਕ ਇੰਟਰਵਿਊ ਦੇ ਵਿੱਚ ਸਾਈਮਲਟੇਨੀਅਸਲੀ ਸਮਾਨਾਂਤਰ ਇੱਕ ਹੋਰ ਪਾਵਰ ਸੈਂਟਰ ਦੀ ਗੱਲ ਤੁਸੀਂ ਕਰ ਰਹੇ ਸੀਗੇ, ਉਹਨਾਂ ਦਾ ਜਿਹੜਾ ਐਲੀਗੇਸ਼ਨ ਸੀ। ਸੋ ਮੈਂ ਉਹ ਚਾਹੂੰਗਾ ਕਿ ਤੁਸੀਂ ਜਰਾ ਖੁੱਲ ਕੇ ਦੱਸੋ। ਦੇਖੋ, ਪਹਿਲੀ ਗੱਲ ਤੇ ਜਿਹੜੀ ਭਾਸਕਰ ਸਾਹਿਬ ਨੇ ਕਿਹਾ ਨਾ ਕਿ ਜਿਹੜੀ ਕਮੇਟੀ ਬਣ ਗਈ ਪ੍ਰਗਟ ਸਿੰਘ ਦਾ ਤੇ ਕੈਪਟਨ ਨੂੰ ਆ ਕੇ ਮਿਲਣਾ, ਜਿਹੜਾ ਸਿੱਧੂ ਉਹਨਾਂ ਦਾ ਜੀ ਇਹ ਸਭ ਕੁਝ ਸੈਟਲ ਹੋ ਗਿਆ, ਦਰਅਸਲ ਉਹ ਨਹੀਂ ਸੀ। ਉਹ ਸਮਝੌਤਾ ਹੋਇਆ ਸੀ ਜਿਹੜਾ ਸਿਰਫ ਸਿੱਧੂ ਔਰ ਕੈਪਟਨ ਨਾਲ ਸਮਝੌਤਾ ਹੋਇਆ ਸੀ, ਕਿਉਂਕਿ ਜਿਹੜੀਆਂ ਕਮੇਟੀ ਵੀ ਬਣੀ ਸੀ ਉਸ ਕਮੇਟੀ ਦੇ ਵਿੱਚ ਨਾ ਪ੍ਰਤਾਪ ਆਪਣਾ ਪ੍ਰਿਤ ਬਾਜਵਾ ਸੀ, ਨਾ ਉਹਦੇ ਵਿੱਚ ਜਿਹੜਾ ਸੀ ਸੁਖ ਸਰਕਾਰੀਆ ਸੀ, ਨਾ ਉਹਦੇ ਸੁਖਜਿੰਦਰ ਰੰਧਾਵਾ ਸੀ, ਨਾ ਉਹਦੇ ਚੰਨੀ ਸੀ। ਉਹ ਸਾਰੀ ਲੜਾਈ ਦੇ ਵਿੱਚ ਜਿਹੜੇ 4 ਮੋਹਰੇ ਸਨ, ਉਹ 4ਾਂ ਨੂੰ ਜਿਹੜਾ ਇੱਥੇ ਇਗਨੋਰ ਕੀਤਾ ਗਿਆ। ਔਰ ਜਦੋਂ ਸਰਕਾਰ ਦੇ ਵਿੱਚ ਇਹਨਾਂ ਨੂੰ ਗਿਣ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਮੈਂਬਰ ਤੱਕ ਵੀ ਨਹੀਂ ਲਿਆ ਗਿਆ। ਸੋ ਲੜਾਈ ਤਾਂ ਉੱਥੇ ਚੱਲਦੀ ਸੀ, ਲੇਕਿਨ ਉਹ ਲੜਾਈ ਨੂੰ ਜਿਹੜੀ ਤੁਸੀਂ ਕਿਹਾ ਕਿ ਤਤਕਾਲੀ ਕਾਰਨ ਕੀ ਬਣਿਆ, ਪ੍ਰੋਵੋਕੇਸ਼ਨ ਕਿੱਥੇ ਹੋਈ ਹੈ, ਉਤੇਜਨਾ ਕਿੱਥੋਂ ਆਈ ਹੈ, ਉਹ ਇਹ ਸੀ ਕਿ ਇਹਨਾਂ ਮਿਨਿਸਟਰਸ ਦੇ ਜਾਂ ਜਿਹੜੇ MLA ਜਿਹੜੇ ਸਨ ਇਹਨਾਂ ਦੇ ਨਾਲ ਸਨ, ਉਹਨਾਂ ਦੀ ਕੌਨਸ਼ੈਂਸੀ ਜਾਂ ਉਹਨਾਂ ਦੇ ਨੇੜਲਿਆਂ ਦੇ ਉੱਤੇ ਜਿਹੜਾ ਸੀ ਉਹ ਬਕਾਇਦਾ ਜਿਹੜਾ ਕੈਪਟਨ ਸਾਹਿਬ ਨੇ ਐਕਸ਼ਨ ਲੈਣੇ ਸ਼ੁਰੂ ਕਰਤੇ ਸਨ। ਉਦਾਹਰਨ ਦੇ ਤੌਰ ਤੇ ਤਿਤ ਬਾਜਵਾ ਦਾ ਭਣੇਵਾਂ ਜਿਹੜਾ SSP ਹੁਸ਼ਿਆਰਪੁਰ ਸੀ, ਉਸ ਨੂੰ ਬਦਲ ਕੇ PAP ਜਲੰਧਰ ਜਿਹੜਾ ਸੀ ਉਹ ਨੁਕਰੇ ਲਾ ਦਿੱਤਾ। ਮਤਲਬ ਕਹਿਣ ਤੋਂ ਇਹ ਸੀ ਕਿ ਉਹਨੂੰ ਦੱਸ ਸਕ ਤੇਰੀ ਥਾਂ ਕੀ ਹੈ। ਬਟਾਲਾ ਕੌਨਸਟੀਚੁਐਂਸੀ ਔਰ ਉਹਦੀ ਤਿਤ ਬਾਜਵਾ ਦੀ ਆਪਣੀ ਕੌਨਸਟੀਚੁਐਂਸੀ ਦੇ ਵਿੱਚ ਜਿੰਨੇ ਆਫੀਸਰ ਸਨ ਜਿਹੜੇ ਤਿਤ ਬਾਜਵਾ ਦੇ ਨੇੜੇ ਮੰਨੇ ਜਾਂਦੇ ਸਨ, ਉਹ ਸਾਰੇ ਬਦਲਤੇ।
ਉਸ ਤੋਂ ਬਾਅਦ ਬਟਾਲੇ ਦੀ ਡਿਵੈਲਪਮੈਂਟ ਲਈ ਸਪੈਸ਼ਲ ਗ੍ਰਾਂਟ ਜਿਹੜੀ ਹੈ ਕੈਪਟਨ ਸਾਹਿਬ ਨੇ ਭੇਜੀ ਔਰ ਐਸਡੀਐਮ ਨੂੰ ਇਨਸਟਰਕਸ਼ਨ ਦੇ ਕੇ ਕਿ ਇਹਦੇ ਵਿੱਚ ਜਿਹੜਾ ਵਿਰੋਧੀ ਹੈ ਕੈਪਟਨ ਬਾਜਵੇ ਦਾ ਸੇਖੜੀ ਉਹਦੇ ਰਾਹੀਂ ਜਾਣੇ ਨੇ ਔਰ ਸੇਖੜੀ ਨਾਲ ਜਾ ਕੇ ਉਹਨਾਂ ਨੂੰ ਜਿਹੜਾ ਸੀ ਬਣ ਰਿਹਾ ਸੀ। ਸੋ ਇੱਕ ਗੱਲ ਇਹ ਸੀ, ਇਵੇਂ ਹੀ ਜਿਹੜਾ ਬਾਕੀ ਜਿਹੜੇ ਸਨ ਉਹਨਾਂ ਦੇ ਬੰਦਿਆਂ ਨੂੰ ਹਿੱਟ ਕਰਨਾ ਸ਼ੁਰੂ ਕਰ ਦਿੱਤਾ ਸੀ। ਦੂਜੇ ਪਾਸੇ ਇਹ ਨਾਰਾਜ਼ਗੀ ਨਾਲ ਸਿੱਧੂ ਨਾਲ ਵੀ ਸੀ, ਇੱਕ ਪਾਸੇ ਜਿਹੜੀ ਆ ਉਹਨਾਂ ਦੇ ਐਡਵਾਈਜ਼ਰਾਂ ਦੇ ਮਾਮਲੇ ਦੇ ਵਿੱਚ ਔਰ ਦੂਜੇ ਪਾਸੇ ਸਿੱਧੂ ਦਾ ਜਿਹੜਾ ਸੀ ਆਪਸ ਵਿੱਚ ਸਮਝੌਤਾ ਕਰਕੇ ਇਹਨਾਂ ਨੂੰ ਇਗਨੋਰ ਕਰ ਦੇਣਾ ਕਿ ਜਾਂ ਉਹ ਆਪਣੇ ਖੇਮੇ ਚੋਂ ਮੰਨ ਕੇ ਇਹਨਾਂ ਮਿਨਿਸਟਰਸ ਨੂੰ ਆਪਣੀ ਕਮੇਟੀ ਚੋਂ ਆਪਣੇ ਵੱਲੋਂ ਪਾਉਂਦੇ, ਉਹਨਾਂ ਨੇ ਉੱਥੇ ਤੇ ਪਾ ਲਏ ਆਪਣੇ ਪ੍ਰਧਾਨ ਜਾਂ ਉਪ ਪ੍ਰਧਾਨ। ਨਹੀਂ ਮੈਂ ਡਾਕਟਰ ਸਾਹਿਬ ਇੱਥੇ ਇੱਕ ਅਹਿਮ ਸਵਾਲ ਹੈ, ਜ਼ਰੂਰ ਤੁਸੀਂ ਲਿਓ। ਦਰਅਸਲ ਇਹ ਵੀ ਇੱਕ ਸੁਨੇਹਾ ਹੈ ਕਿ ਇਸ ਵਾਰੀ ਨਵਜੋਤ ਸਿੰਘ ਸਿੱਧੂ ਨਾਲ ਦੇਰ ਰਾਤ ਤੱਕ ਇਹਨਾਂ ਸਾਰਿਆਂ ਦੀ ਮੀਟਿੰਗ ਹੁੰਦੀ ਆ, ਜਿਹੜੀ ਦੇਰ ਰਾਤ ਤੱਕ ਦੀ ਮੀਟਿੰਗ ਹੈ ਲਗਭਗ 2 ਵਜੇ ਤੱਕ ਚੱਲਦੀ ਆ, ਉਹ ਵੀ ਤ੍ਰਿਪਤ ਦੀ ਕੋਠੀ ਦੇ ਵਿੱਚ ਹੀ ਸੁਣਿਆ ਹੋਈ ਆ। ਉਹਦੇ ਵਿੱਚ ਸਿੱਧੂ ਨਾਲ ਇਸ ਗੱਲ ਤੇ ਸਹਿਮਤੀ ਬਣੀ ਆ ਕਿ ਜੇ ਸਿੱਧੂ ਆਉਂਦਾ ਵਿੱਚ ਤਾਂ ਫਿਰ ਕੈਪਟਨ ਸਿੱਧੂ ਦੀ ਲੜਾਈ ਹੋ ਜਾਂਦੀ ਆ। ਹਾਈ ਕਮਾਂਡ 'ਚ ਮੈਸੇਜ ਇਹ ਚਲੇ ਜਾਂਦਾ ਕਿ ਯਾਰ ਸਿੱਧੂ ਕਿਸੇ ਪਾਸੇ ਵੀ ਨਹੀਂ ਲੱਗਦਾ, ਇਹਨੂੰ ਪ੍ਰਧਾਨਗੀ ਵੀ ਦੇਤੀ ਫਿਰ ਵੀ ਇਹ ਕਾਂਗਰਸ ਨੂੰ ਕਮਜ਼ੋਰ ਕਰ ਰਿਹਾ, ਸੋ ਸਿੱਧੂ ਪਾਸੇ ਰਵੇ ਔਰ ਸਾਰੀ ਦੀ ਸਾਰੀ ਲੜਾਈ ਕੈਪਟਨ ਦੇ ਉੱਤੇ ਦੂਜੇ ਬੰਦੇ ਇਹ ਲੈ ਕੇ ਅੱਗੇ ਚੱਲਣ ਕਿ ਇਹ ਕੰਮ ਨਹੀਂ ਕਰ ਰਿਹਾ, ਅਜੇ ਵੀ ਨਹੀਂ ਕਰ ਰਿਹਾ। ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਤਰ੍ਹਾਂ ਨਾਲ ਵਿਲਨ ਬਣਾ ਕੇ ਪੇਸ਼ ਕੀਤਾ ਜਾਵੇ ਕਿ ਬਾਕੀ ਲੋਕ ਵੀ ਅਸੰਤੁਸ਼ਟ ਨੇ ਮੁੱਖ ਮੰਤਰੀ ਵਜੋਂ ਦੀ ਕਾਰਗੁਜ਼ਾਰੀ ਨੂੰ ਲੈ ਕੇ, ਲੇਕਿਨ ਇਹ ਲੜਾਈ ਸਿੱਧੂ ਬਨਾਮ ਕੈਪਟਨ ਨਾ ਹੋਵੇ। ਹਾਈ ਕਮਾਂਡ ਇਹ ਨਾ ਸੋਚੇ ਕਿ ਇਹ ਮੰਨਦੇ ਹੀ ਨਹੀਂ ਯਾਰ। ਰੰਧਾਵਾ ਸਾਹਿਬ, ਪਹਿਲੀ ਗੱਲ ਤੇ ਹੈ ਕਿ ਜਿਸ ਵੇਲੇ ਬਾਹਰ ਨਿਕਲੇ ਨੇ ਤੇ ਬਾਜਵਾ ਤੇ ਮੀਟਿੰਗ ਤੋਂ ਘਰ ਤੋਂ ਬਾਹਰ ਨਿਕਲੇ ਨੇ, ਉਸ ਵੇਲੇ ਪੁੱਛਿਆ ਪ੍ਰੈਸ ਵਾਲਿਆਂ ਨੇ ਕਿ ਫਿਰ ਜੇ ਤੁਹਾਨੂੰ ਕੈਪਟਨ ਨਹੀਂ ਪਸੰਦ ਤੇ ਫਿਰ ਕੌਣ? ਤੇ ਉਹਨਾਂ ਨੇ ਸਿੱਧਾ ਕਿਹਾ ਕਿ ਇਹਦਾ ਫੈਸਲਾ ਹਾਈਕਮਾਂਡ ਕਰੇ, ਅਸੀਂ ਕੋਈ ਵੀ ਆਪਣਾ ਕੈਂਡੀਡੇਟ ਨਹੀਂ ਦਿਆਂਗੇ। ਇਹਦਾ ਮਤਲਬ ਕਿ ਉਹ ਸਿੱਧੂ ਨੂੰ ਆਪਣਾ ਕੈਂਡੀਡੇਟ ਬਣਾ ਕੇ ਆਪਣਾ ਕੈਪਟਨ ਦੇ ਵਿਰੋਧ ਵਿੱਚ ਖੜਾ ਕਰਕੇ ਧਿਰ ਨਹੀਂ ਬਣ ਰਹੇ ਔਰ ਕੈਪਟਨ ਦਾ ਵੀ ਇਹ ਗੱਲ ਜਿਹੜੀ ਹੈ ਕਰਨਾ ਕਿ ਦੋਨੋਂ ਇਕੱਠੇ ਹੋ ਜਾਣਗੇ। ਉਸ ਗੱਲ ਦਾ ਜਿਹੜਾ ਸੰਕੇਤ ਅੱਗੋਂ ਹੈ ਕਿ ਜਿਹੜਾ ਸਿੱਧੂ ਕੋਲ ਜਿਹੜਾ ਐਮਐਲਏ ਸਭ ਤੋਂ ਵੱਡਾ ਐਮਐਲਏ ਜਿਹੜਾ ਸੀ ਪ੍ਰਗਟ ਸਿੰਘ, ਉਹ ਜਿਹੜਾ ਹੈ ਉਹ ਸਿੱਧੂ ਤੋਂ ਹਟ ਕੇ ਵੀ ਜਿਹੜਾ ਉਹਨਾਂ ਦੇ ਨਾਲ ਜਿਹੜਾ ਉਹ ਚੱਲਣ ਨੂੰ ਤਿਆਰ ਸੀ। ਨਹੀਂ ਸਰ ਸਿਧਾਂਤਕ ਤੌਰ ਤੇ ਅੰਦਰ ਇਹ ਗੱਲ ਹੋਈ ਆ, ਸਾਡੇ ਸਰੋਤ ਦੱਸਦੇ ਆ ਸਿਧਾਂਤਕ ਤੌਰ ਤੇ ਇਹ ਗੱਲ ਹੋਈ ਆ ਕਿ ਇਸ ਲੜਾਈ ਨੂੰ ਕੈਪਟਨ ਸਿੱਧੂ ਦੀ ਲੜਾਈ ਦੇ ਵਿੱਚ ਨਾ ਲਿਆਂਦਾ ਜਾਵੇ। ਦੂਜੀ ਗੱਲ, ਦੋ ਧੜਿਆਂ ਦੀ ਲੜਾਈ ਦੇ ਵਿੱਚ ਡੈਫੀਨੇਟਲੀ ਹਾਈ ਕਮਾਂਡ ਜੇ ਕੈਪਟਨ ਨੂੰ ਲਾਉਂਦੀ ਆ ਤੇ ਉਹ ਸਿੱਧੂ ਨੂੰ ਕਦੇ ਨਹੀਂ ਬਣਾਏਗੀ। ਸਿੱਧੂ ਨੂੰ ਇੱਕ ਅਹੁਦਾ ਦਿੱਤਾ ਜਾ ਚੁੱਕਿਆ, ਸੋ ਲੜਾਈ ਮਿਟਾਉਣ ਲਈ ਦੋਵਾਂ ਦੇ ਬਜਾਏ ਕੋਈ ਤੀਜਾ ਹਾਈ ਕਮਾਂਡ ਆਪਣਾ ਚਿਹਰਾ ਵੀ ਦੇ ਸਕਦੀ ਆ। ਅੰਬਿਕਾ ਸੋਨੀ ਦਾ ਜ਼ਿਕਰ ਵੀ ਆਉਂਦਾ ਰਿਹਾ, ਹੋਰ ਵੀ ਕਈ ਚਿਹਰੇ, ਸੁਨੀਲ ਜਾਖੜ ਦਾ ਜ਼ਿਕਰ ਵੀ ਆਉਂਦਾ ਰਿਹਾ। ਸਿੱਧੂ ਮੁੱਖ ਮੰਤਰੀ ਦਾ ਇਸ ਟਰਮ ਲਈ ਦਾਅਵੇਦਾਰ ਹੈ ਨਹੀਂ, ਕਾਂਗਰਸ ਦੀ ਹਾਈ ਕਮਾਂਡ ਉਹਨੂੰ ਬਚਾ ਕੇ ਅਗਲੇ ਫੇਸ ਵਜੋਂ ਅੱਗੇ ਲੈ ਕੇ ਜਾਣਾ ਚਾਹੁੰਦੀ, ਅਗਲੀ ਜਿਹੜੀ ਸੱਤਾ ਹੈ ਉਹਦੇ ਲਈ। ਹੁਣ ਇਸ ਵੇਲੇ ਇਹਨਾਂ ਨੂੰ ਵੀ ਪਤਾ ਕਿ ਸਿੱਧੂ ਬਨਾਮ ਕੈਪਟਨ ਲੜਾਈ ਦੇ ਵਿੱਚ ਨੁਕਸਾਨ ਹੋ ਰਿਹਾ। ਦੇਖੋ ਜਿਹੜੇ ਤੁਸੀਂ ਨਾਂ ਲਏ ਨੇ, ਉਹ ਨਾਂ ਜਿਹੜੇ ਨੇ ਉਹ ਅਗਲੀ ਇਲੈਕਸ਼ਨ ਦੇ ਲਈ ਜਿਹੜਾ ਵੀ ਡੈਮੋਗ੍ਰਾਫੀ ਹੈ ਉਹਦੇ ਨਾਲ ਉਹ ਜਿਹੜੇ ਨਹੀਂ ਕਰਦੇ। ਅੱਗੇ ਜਿਹੜਾ ਚਿਹਰੇ ਜਿਹੜੇ ਨੇ ਉਹਨਾਂ ਦੇ ਵਿੱਚੋਂ ਸੁਖਜਿੰਦਰ ਰੰਧਾਵਾ ਤੇ ਬਾਜਵਾ ਹੀ ਦੋ ਅਮਰਜ ਹੋਣਗੇ ਤੇ ਹੋਰ ਜਿਹੜਾ ਤੀਜਾ ਅਮਰਜ ਨਹੀਂ ਹੋ ਸਕਦਾ ਜੇ ਹਾਈ ਕਮਾਂਡ ਹੈ। ਲੇਕਿਨ ਨਾਨ ਐਮਐਲਏ ਵੀ ਜਿਹੜਾ ਉਹ ਕੋਈ ਜਿਹੜਾ ਹੈ ਉਹ ਬਣਾਇਆ ਜਾ ਸਕਦਾ, ਉਹ ਵੀ ਹੋ ਸਕਦੇ। ਲੇਕਿਨ ਇੱਕ ਗੱਲ ਮੰਨ ਕੇ ਚੱਲੋ ਕਿ ਇਸ ਹਾਲਤ ਵਿੱਚ ਹਾਈ ਕਮਾਂਡ ਨੂੰ ਕੋਈ ਹੋਰ ਰਸਤਾ ਨਹੀਂ ਕਿ ਉਹ ਇਹਨਾਂ ਦੀ ਗੱਲ ਸੁਣੇ, ਕਿਉਂਕਿ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਅਸੀਂ ਹਾਈ ਕਮਾਂਡ ਕੋਲ ਜਾ ਰਹੇ ਹਾਂ, ਜੇ ਹਾਈ ਕਮਾਂਡ ਸਾਡੀ ਗੱਲ ਨਹੀਂ ਸੁਣੇਗਾ ਤੇ ਅਸੀਂ ਕੁਝ ਹੋਰ ਵੀ ਸੋਚਾਂਗੇ। ਮਤਲਬ ਇਹ ਕਿ ਕਿਸੇ ਹੋਰ ਪਾਰਟੀ ਨਾਲ ਅਲਾਇੰਸ ਵੀ ਜਿਹੜਾ ਕਰਾਂਗੇ, ਔਰ ਇਹ ਬੜਾ ਡੇਂਜਰਸ ਜਿਹੜੀ ਹੈ ਸਟੇਟਮੈਂਟ ਹੈ। ਦੂਜੀ ਗੱਲ ਜਿਹੜੀ ਹੈ ਕਿ ਇੱਕ ਗੱਲ ਜਿਹੜੀ ਹੈ ਪਿੱਛੇ ਇੱਕ ਕਮਲ ਵਿਜੇ ਪ੍ਰਤਾਪ ਨੇ ਇੱਕ ਬਹੁਤ ਲੰਬੀ ਇੰਟਰਵਿਊ ਜਿਹੜੀ ਹੈ ਇੱਕ ਚੈਨਲ ਨੂੰ ਜਿਹੜੀ ਹੈ ਦਿੱਤੀ ਹੈ, ਔਰ ਉਹਦੇ ਵਿੱਚ ਬਹੁਤ ਗੱਲਾਂ ਦੇ ਵਿੱਚੋਂ ਬੜੇ ਭੇਦ ਖੋਲ੍ਹਣ ਦੀ ਵੀ ਗੱਲ ਉਹਨੇ ਕੀਤੀ। ਲੇਕਿਨ ਇੱਕ ਗੱਲ ਜਿਹੜੀ ਹੈ ਉਹਨੇ ਕੀਤੀ ਜਿਹਨੂੰ ਲੁਕਵੇਂ ਅੰਦਾਜ਼ ਵਿੱਚ ਤੁਸੀਂ ਕਹਿ ਲਓ, ਉਹ ਕਹਿੰਦੇ ਕਿ ਸੀਐਮ ਆਫਿਸ ਦੇ ਵਿੱਚ ਵੀ ਇੱਕ ਅਜਿਹੀ ਲੌਬੀ ਜਿਹੜੀ ਹੈ ਕੰਮ ਕਰਦੀ ਹੈ ਜਿਹੜੇ ਸੀਐਮ ਦੇ ਹੁਕਮਾਂ ਦੇ ਵੀ ਪਾਲਣਾ ਕਰਨ ਜਿਹੜੀਆਂ ਹੁਣ ਤਿਆਰ ਨਹੀਂ ਹੁੰਦੀ, ਔਰ ਉੱਥੇ ਸੀਐਮ ਵੀ ਜਿਹੜਾ ਹੈਲਪਲੈਸ ਹੈ, ਨਾ ਉਹ ਲੌਬੀ ਨੂੰ ਬਦਲ ਸਕਦਾ ਹੈ, ਨਾ ਉਹ ਲੌਬੀ ਨੂੰ ਜਿਹੜਾ ਆਪਣੇ ਨਾਲ ਰੱਖ ਸਕਦਾ ਹੈ, ਔਰ ਮਜਬੂਰੀ ਦੇ ਵਿੱਚ ਇਹ ਐਡਮਿਨਿਸਟ੍ਰੇਸ਼ਨ ਜਿਹੜੀ ਆ ਚੱਲ ਰਹੀ ਹੈ। ਹੁਣ ਇਹ ਗੱਲ ਜਿਹੜੀ ਆ ਕਹਿਣੀ, ਭਾਵੇਂ ਉਹ ਸੰਕੇਤ ਜਿਹੜੇ ਨੇ ਪਿੱਛੇ ਸੁਮੇਰ ਸੈਣੀ ਦੇ ਕੇਸ 'ਚ ਹੋਣ ਜਾਂ ਜਿਹੜੀ ਹੈ ਉਹ ਹਾਈ ਕੋਰਟ ਵਿੱਚ ਜਿਹੜੀ ਹੈ ਇਹ ਚਲਾਨ ਜਿਹੜਾ ਰਿਜੈਕਟ ਹੋਇਆ ਹੈ ਕਮਲ ਵਿਜੇ ਪ੍ਰਤਾਪ ਦਾ, ਉਹਦੀ ਗੱਲ ਹੋਵੇ ਜਾਂ ਦੂਜੇ ਮਸਲੇ ਹੋਣ। ਲੇਕਿਨ ਇੱਕ ਗੱਲ ਮੰਨਣ ਵਾਲੀ ਗੱਲ ਹੈ ਕਿ ਸੀਐਮ ਆਫਿਸ ਦੇ ਵਿੱਚ ਵੀ ਸਭ ਅੱਛਾ ਨਹੀਂ। ਕੁਝ ਲੋਕ ਜਿਹੜੇ ਜਿਵੇਂ ਅੱਜ ਵੀ ਜਿਹੜਾ ਉਹ ਤ੍ਰਿਪਤ ਬਾਜਵਾ ਨੇ ਵੀ ਔਰ ਸੁਖਜਿੰਦਰ ਰੰਧਾਵਾ ਨੇ ਖੁੱਲ੍ਹ ਕੇ ਵੀ ਕਿਹਾ ਕਿ ਅਸੀਂ ਸਰਕਾਰ ਚਲਾਉਣਾ ਚਾਹੁੰਦੇ ਹਾਂ, ਜਿਹੜੇ ਲੋਕਾਂ ਦੇ ਪ੍ਰਤੀਨਿਧ ਜਿਹੜੇ ਨੇ ਉਹ ਸਰਕਾਰ ਚਲਾਉਣ, ਸਰਕਾਰ ਜਿਹੜੀ ਹੈ ਅਫਸਰ ਚਲਾਉਣ। ਇਹ ਗੱਲ ਜਿਹੜੀ ਹੈ ਇਹ ਸਾਨੂੰ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ,
ਕਿ ਚੁਣੇ ਜਿਹੜੇ ਪ੍ਰਤੀਨਿਧ ਨੇ ਉਹਨਾਂ ਦੀ ਸਰਕਾਰ ਹੁੰਦੀ ਹੈ, ਡੈਮੋਕ੍ਰੇਸੀ 'ਚ ਇਹ ਗੱਲ ਹੁੰਦੀ ਹੈ। ਔਰ ਗੱਲ ਉਹਦੀ ਜਿਹੜੀ ਹੈ ਉਹ ਸੁਖਜਿੰਦਰ ਰੰਧਾਵਾ ਦੀ ਬਿਲਕੁਲ ਠੀਕ ਹੈ। ਔਰ ਇਹੀ ਗੱਲ ਦਾ ਜਿਹੜਾ ਇਤਰਾਜ਼ ਹੈ ਉਹਨਾਂ ਨੇ ਉਸੇ ਹੀ ਸ਼ਾਇਦ ਇਸ਼ਾਰਾ ਕੀਤਾ ਹੋਵੇ ਜਿਹੜੇ ਗਰੁੱਪ ਦੀ ਗੱਲ ਜਿਹੜੀ ਹੈ ਉਹ ਵੀ ਖੁੱਲ੍ਹ ਕੇ ਨਹੀਂ ਕਰਦੇ, ਪਰ ਜਿਹੜਾ ਗਰੁੱਪ ਉੱਥੇ ਅੰਦਰ ਵਰਕ ਕਰ ਰਿਹਾ ਹੋਏਗਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਹਾਲਾਤ ਦੇ ਵਿੱਚ ਕੋਈ ਜਿਹੜਾ ਉਹ ਕਾਰਨ ਨਹੀਂ ਕਿ ਜਿਸ ਕਾਰਨ ਦੇ ਵਿੱਚ ਇਹ ਜਿਹੜਾ ਬੈਠ ਕੇ ਸੋਨੀਆ ਗਾਂਧੀ ਜਾਂ ਜਿਹੜਾ ਰਾਵਤ ਹੋਰੀ ਇਹਨਾਂ 'ਚ ਬੈਠ ਕੇ ਦੋਨਾਂ ਗਰੁੱਪਾਂ 'ਚ ਸਮਝੌਤਾ ਕਰਵਾ ਦੇਣ, ਕਿਉਂਕਿ ਕੈਪਟਨ ਸੁਭਾਅ ਦੇ ਤੌਰ ਦੇ ਉੱਤੇ ਆਪਣੇ ਜ਼ਿੱਦੀ ਸੁਭਾਅ ਕਰਕੇ ਮੰਨਿਆ ਆ। ਪਿਛਲੀ ਜਦੋਂ ਇਲੈਕਸ਼ਨ ਸਨ ਉਦੋਂ ਕੈਪਟਨ ਨੇ ਦਬਕਾ ਮਾਰ ਕੇ ਬਲੈਕਮੇਲਿੰਗ ਕਰਕੇ ਕਿ ਮੈਂ ਅਲੱਗ ਹੋ ਜਾਵਾਂਗਾ ਤੇ ਅਗਲੀ ਇਲੈਕਸ਼ਨ ਜਿਹੜੀ ਹੈ ਤੁਹਾਡੀ ਜਿਹੜੀ ਹੈ ਉਹ ਖਰਾਬ ਕਰ ਦਿਆਂਗਾ। ਉਹਦੇ ਵਿੱਚ ਉਸ ਵਿੱਚ ਕਾਂਗਰਸ ਪ੍ਰਧਾਨਗੀ ਵੀ ਲਈ, ਜਿਹੜੀਆਂ ਟਿਕਟਾਂ ਦੀ ਬਣਦੀ ਜ਼ਿੰਮੇਵਾਰੀ ਵੀ ਲਈ, ਔਰ ਅਗਲਾ ਚਿਹਰਾ ਵੀ ਆਪਣੇ ਆਪ ਨੂੰ ਅਨਾਉਂਸ ਜਿਹੜਾ ਸੀ। ਮੈਂ ਡਾਕਟਰ ਸਾਹਿਬ ਮੈਂ ਵਾਪਸ ਮੁੜਦਾ। ਭਾਸਕਰ ਸਾਹਿਬ ਦੇਰ ਦੇ ਸ਼ਾਂਤ ਨੇ, ਇਹਨਾਂ ਨੂੰ ਸੁਣ ਲਈਏ। ਭਾਸਕਰ ਸਾਹਿਬ, ਜਦੋਂ ਦੋ ਧਿਰਾਂ ਦੀ ਲੜਾਈ ਹੁੰਦੀ ਹੋਵੇ ਤੇ ਸੁਲ੍ਹਾ ਕਰਾਉਣ ਵਾਲਾ ਇਹੀ ਕੋਸ਼ਿਸ਼ ਕਰਦਾ ਹੁੰਦਾ ਕਿ ਕੋਈ ਕਾਮਨ ਲਾ ਦੋ, ਦੋਨਾਂ ਚੋਂ ਕਿਸੇ ਇੱਕ ਨੂੰ ਲਾਇਆ ਤੇ ਇੱਕ ਦੂਜਾ ਧੜਾ ਉਵੇਂ ਹੀ ਵਿਰੋਧ ਤੇ ਉਤਰਿਆ ਰਹੂਗਾ। ਮੰਨ ਲਓ ਜੇਕਰ ਕੈਪਟਨ ਧੜੇ ਤੋਂ ਪਾਵਰ ਲੈ ਕੇ ਦੂਜੇ ਬਾਗੀ ਧੜੇ ਦੇ ਕਿਸੇ ਬੰਦੇ ਨੂੰ ਲਾਤਾ ਜਾਂਦਾ ਤਾਂ ਫਿਰ ਕੈਪਟਨ ਧੜਾ ਵਿਰੋਧ ਵਿੱਚ ਖੜਾ ਹੋ ਜਾਊਗਾ, ਭਾਵੇਂ ਉਹ 10 ਹੋਣ 15 ਹੋਣ 20 ਹੋਣ। ਸੋ ਬਿਹਤਰ ਇਹੀ ਹੁੰਦਾ ਕਿ ਇਹਨਾਂ ਦੋਨਾਂ ਨੂੰ ਸ਼ਾਂਤ ਕਰਕੇ ਪਾਸੇ ਬਿਠਾਤਾ ਜਾਵੇ, ਕਿਸੇ ਤੀਜੇ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ। ਇੱਕ ਤਾਂ ਪੋਸੀਬਿਲਿਟੀ ਇਹ ਰਹਿੰਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਉਹ ਅਗਲੇ 4 ਮਹੀਨਿਆਂ ਦੇ ਵਿੱਚ ਪਰਫਾਰਮੈਂਸ ਵਿੱਚ ਧੱਕ ਕੇ ਅਗਲੇ 5 ਸਾਲ ਲਈ ਖਰਾਬ ਨਹੀਂ ਕਰਨਾ ਚਾਹੁੰਗੇ ਚਿਹਰਾ। ਪਰ ਐਸੀ ਸਥਿਤੀ ਦੇ ਵਿੱਚ ਕੀ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਂਡ ਦੀ ਪਸੰਦ ਵਜੋਂ ਬਾਗੀਆਂ ਨਾਲ ਗੱਲਬਾਤ ਕਰਨਗੇ? ਕੈਪਟਨ ਨੂੰ ਇਸ ਵੇਲੇ ਇਹ ਪ੍ਰਵਾਨ ਕਰ ਲੈਣਗੇ ਕਿਸੇ ਵੀ ਰੂਪ 'ਚ, ਜਾਂ ਬਾਗੀ ਜਿਹੜੇ ਨੇ ਉਹ ਕਿਸ ਸਮਝੌਤੇ ਤੇ ਅੱਗੇ ਵਧਣਾ ਚਾਹਣਗੇ? ਮੰਨ ਲਓ ਕੈਪਟਨ ਦੇ ਕਿਸੇ ਲਾਇਲ ਨੂੰ ਲਾਤਾ ਜਾਂਦਾ, ਉਹਨੂੰ ਮੰਨ ਲੈਣਗੇ? ਐਸੀ ਸਥਿਤੀ ਦੇ ਵਿੱਚ ਕਾਂਗਰਸ ਦਾ ਕਲੇਸ਼ ਕਾਂਗਰਸ ਨੂੰ ਤੋੜਨ ਵੱਲ ਵਧਾ ਰਿਹਾ। ਇਸ ਸਥਿਤੀ ਦੇ ਵਿੱਚ ਕਾਂਗਰਸ 2022 ਚ ਜਾਣ ਤੋਂ ਪਹਿਲਾਂ ਪੂਰੀ ਤਰ੍ਹਾਂ ਖਿੰਡ ਜਾਊਗੀ? ਇਹ ਸਵਾਲ ਬੜੇ ਆਮ ਨੇ। ਰੰਧਾਵਾ ਜੀ, ਪਿਛਲੀ ਵਾਰ ਜਦ ਇਹ ਕਲੇਸ਼ ਪਿਆ ਸੀਗਾ, ਜਦ ਸਿੱਧੂ ਬਨਾਮ ਕੈਪਟਨ ਹੋਇਆ ਸੀਗਾ, ਤਦ ਜਿਹੜੇ ਮੁੱਦੇ ਸੀਗੇ ਅੱਜ ਵੀ ਮੁੱਦੇ ਸੇਮ ਨੇ। ਚੇਂਜ ਕੀ ਹੈਗਾ? ਸਿਰਫ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ। ਉਸ ਤੋਂ ਇਲਾਵਾ ਪਿਛਲੀ ਵਾਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਜ਼ਰ ਆਉਂਦੇ ਸੀਗੇ, ਖਾਸ ਕਰਕੇ ਰਵਨੀਤ ਬਿੱਟੂ ਹੋਣਾ ਔਰ ਕਈ ਐਮਪੀਜ਼, ਪ੍ਰਤਾਪ ਸਿੰਘ ਬਾਜਵਾ ਵੀ ਉਹਨਾਂ ਦੇ ਨਾਲ ਨਜ਼ਰ ਆਏ ਸੀਗੇ, ਔਜਲਾ ਸਾਹਿਬ ਵੀ ਸੀਗੇ, ਉਹ ਅੱਜ ਨਜ਼ਰ ਨਹੀਂ ਆਏ। ਅੱਜ ਜਦ 32 ਐਮਐਲਏ ਇਕੱਠੇ ਹੋ ਕੇ ਇੱਕ ਮੰਗ ਕਰਦੇ ਨੇ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਦਾ ਬਦਲ ਚਾਹੀਦਾ ਹੈ, ਉਹਦੇ ਵਿੱਚ ਉਹ ਸਾਰੇ ਸਿਪਾਹੀ ਜਿਹੜੇ ਕੈਪਟਨ ਸਾਹਿਬ ਦੇ ਨਾਲ ਨਜ਼ਰ ਆਉਂਦੇ ਸੀਗੇ ਉਹ ਨਹੀਂ ਸੀਗੇ। ਸਿਰਫ ਇੱਕ ਪ੍ਰੈਸ ਨੋਟ ਛੱਡਿਆ ਜਾਂਦਾ ਹੈ, ਉਸ ਪ੍ਰੈਸ ਨੋਟ ਨੇ ਵਿੱਚ ਵੀ 3-4 ਮੰਤਰੀ ਜੋ ਸਿੱਧੂ ਉਹਨਾਂ ਨਾਲ ਵੀ ਦੇਖੇ ਗਏ ਨੇ ਪਿਛਲੇ ਦਿਨੋਂ, ਉਹਨਾਂ ਦਾ ਨਾਂ ਯੂਜ਼ ਕਰਕੇ ਇਹ ਗੱਲ ਕਹੀ ਜਾਂਦੀ ਹੈ ਕਿ ਮਾਲੀ ਉਹਨਾਂ ਦੇ ਖਿਲਾਫ ਸਿੱਧੂ ਉਹਨਾਂ ਕੋਈ ਨਾ ਕੋਈ ਐਕਸ਼ਨ ਲੈਣ। ਔਰ ਇਸ ਮੰਗ ਦੇ ਉੱਤੇ, ਇਸ ਵਿਦਰੋਹ ਦੇ ਉੱਤੇ, ਨਵੀਂ ਬਦਲ ਦੀ ਮੰਗ ਦੇ ਉੱਤੇ ਕੈਪਟਨ ਸਾਹਿਬ ਦਾ ਕੋਈ ਰਿਐਕਸ਼ਨ ਨਹੀਂ ਆਉਂਦਾ। ਸੁਣਨ ਵਿੱਚ ਇਹ ਵੀ ਆਇਆ ਕਿ ਅੱਜ ਸ਼ਾਮ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਿੱਲੀ ਜਾ ਰਹੇ ਨੇ। ਉਹਨਾਂ ਨੂੰ ਸੋਨੀਆ ਗਾਂਧੀ ਨੇ ਬੁਲਾਇਆ ਨਹੀਂ ਹੈ, ਉਹ ਖੁਦ ਸੋਨੀਆ ਗਾਂਧੀ ਨੂੰ ਮਿਲਣ ਦਿੱਲੀ ਜਾ ਰਹੇ ਨੇ। ਦੂਜੇ ਪਾਸੇ 5 ਮੰਤਰੀ, 4 ਮੰਤਰੀ ਤੇ ਇੱਕ ਪ੍ਰਗਟ ਸਿੰਘ ਹੋਣਾ, ਉਹ ਵੀ ਦਿੱਲੀ ਵੱਲ ਜਾਂਦੇ ਨੇ। ਜਿਸ ਤਰ੍ਹਾਂ ਅਸੀਂ ਪਹਿਲੇ ਵੀ ਦੱਸਿਆ ਕਿ ਉਹ ਦੇਹਰਾਦੂਨ ਵੱਲ ਰੁਕ ਕਰ ਲੈਂਦੇ ਨੇ, ਕਿਉਂਕਿ ਦਿੱਲੀੋਂ ਹੀ ਉਹਨਾਂ ਨੂੰ ਇਨਸਟਰਕਸ਼ਨ ਆਈਆਂ ਕਿ ਤੁਸੀਂ ਦਿੱਲੀ ਨਹੀਂ, ਤੁਸੀਂ ਉੱਥੇ ਜਾਓ। ਔਰ ਉੱਥੇ ਗੱਲਬਾਤ ਕੀ ਹੋਏਗੀ? ਇਹ ਤੇ ਹੈ ਨਹੀਂ ਕਿ ਵੀ ਰਾਤੋਂ ਰਾਤ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਦਿੱਤਾ ਜਾਏਗਾ। ਹੁਣ ਜਦ ਕੈਪਟਨ ਅਮਰਿੰਦਰ ਸਿੰਘ ਦਾ ਦਿੱਲੀ ਜਾਣ ਦਾ ਫੈਸਲਾ ਉਹ ਸੋਨੀਆ ਗਾਂਧੀ ਦੀ ਗੱਲ ਦੇ ਉੱਤੇ, ਸੋਨੀਆ ਗਾਂਧੀ ਦੇ ਕਹਿਣ ਤੇ ਹੋਇਆ ਹੈ, ਜਾਂ ਕੈਪਟਨ ਅਮਰਿੰਦਰ ਸਿੰਘ ਆਪ ਦਿੱਲੀ ਜਾ ਰਹੇ ਹੈ? ਇਹ ਇਮੀਡੀਏਟ ਪ੍ਰੋਵੋਕੇਸ਼ਨ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਉਹ ਕਿਸੇ ਨਾ ਕਿਸੇ ਜਗ੍ਹਾ ਜਿਹੜੀ ਰੀਸੈਂਟਲੀ ਮੀਟਿੰਗ ਹੋਈ ਸੀਗੀ ਸ਼ਾਹ ਦੇ ਨਾਲ, ਅਮਿਤ ਸ਼ਾਹ ਉਹਨਾਂ ਦੇ ਨਾਲ ਤੇ ਦੂਜੇ ਮੋਦੀ ਉਹਨਾਂ ਦੇ ਨਾਲ, ਉਹਦੇ ਵਿੱਚ ਕੁਝ ਐਦਾਂ ਦੀ ਗੱਲਾਂ ਹੋਈਆਂ, ਉਹਦੇ ਵਿੱਚ G23 ਵੀ ਇਨਵੋਲਵ ਸੀਗਾ। ਯਾਨੀ ਇਹ ਸਿਰਫ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਬੀਜੇਪੀ ਦੇ ਸਾਥ ਦੀ ਗੱਲ ਨਹੀਂ ਸੀਗੀ, ਹੋਰ ਵੀ ਵੱਡੇ ਲੀਡਰ। ਔਰ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦੇਵਾਂ, ਜਿਹੜੇ ਪਹਿਲੇ ਪੰਚਕੂਲਾ ਦੇ ਵਿੱਚ ਇੱਕ ਡਿਨਰ ਦੀ ਗੱਲ ਹੋਈ ਸੀ ਜਦ ਸਿੱਧੂ ਉਹਨਾਂ ਨੇ ਆਪਣੇ ਧੜੇ ਬਣਾਉਣ ਦੀ ਗੱਲ ਕੀਤੀ ਸੀ, ਉਹਦੇ ਵਿੱਚ ਵੀ G23 ਦੇ ਵੱਡੇ ਵੱਡੇ ਲੀਡਰਾਂ ਦਾ ਨਾਂ ਇਨਵਾਈਟੀਜ਼ ਦੀ ਲਿਸਟ ਦੇ ਵਿੱਚ ਸੀਗਾ, ਸਿਰਫ ਐਮਐਲਏ ਨਹੀਂ ਸੀਗੇ। ਔਰ ਉਸ ਨੂੰ ਅਚਾਨਕ ਹੀ ਕੈਂਸਲ ਕਰ ਦਿੱਤਾ ਗਿਆ, ਉਸ ਮੂਵ ਨੂੰ ਥੋੜੇ ਟਾਈਮ ਵਾਸਤੇ ਟਾਲ ਦਿੱਤਾ ਗਿਆ। ਸ਼ਾਇਦ ਇਹ ਮੂਵ ਦੁਬਾਰਾ ਸ਼ੁਰੂ ਹੋਣ ਵਾਲੀ ਸੀਗੀ, ਜਿਹਦੀ ਭਨਕ ਹਾਈ ਕਮਾਨ ਨੂੰ ਮਿਲ ਗਈ। ਹਾਈ ਕਮਾਨ ਨੇ ਆਕਾਰ ਹਿਲਾਏ ਔਰ ਐਮਐਲਏਸ ਤੋਂ ਇੱਕ ਨਵੇਂ ਤਰੀਕੇ ਦੀ ਮੰਗ ਪੇਸ਼ ਕਰਾ ਦਿੱਤੀ ਗਈ, ਕਿਉਂਕਿ ਅੱਜ ਹੋਰ ਕੋਈ ਕਾਰਨ ਨਹੀਂ ਸੀਗਾ, ਕੋਈ ਕਾਰਨ ਸਮਝ ਨਹੀਂ ਆਉਂਦਾ। ਹਾਲਾਂਕਿ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਤ੍ਰਿਪਤ ਰਾਜਿੰਦਰ ਬਾਜਵਾ ਉਹਨਾਂ ਦੇ ਭਾਂਜੇ ਨੂੰ ਬਦਲ ਦਿੱਤਾ ਗਿਆ, ਇਸ ਕਰਕੇ ਇਹ ਹੋਇਆ। ਅੱਜ ਸਵੇਰੇ ਇੱਕ ਪੰਜਾਬੀ ਅਖਬਾਰ ਦੇ ਵਿੱਚ ਖਬਰ ਛਪੀ ਜਿਹਦੇ ਵਿੱਚ ਰੀਸ਼ਫਲ ਦੀ ਗੱਲ ਹੋਈ, ਉਹਦੇ ਵਿੱਚ ਵੀ
ਜੇ ਸਿੱਧੂ ਖੇਮੇ ਦੀ ਗੱਲ ਕਰੀਏ ਤੇ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦਾ ਨਾਂ ਸੀਗਾ ਕਿ ਇਹਨਾਂ ਨੂੰ ਬਦਲਿਆ ਜਾ ਸਕਦਾ ਹੈ ਜਾਂ ਬਦਲਿਆ ਜਾ ਰਿਹਾ ਹੈ। ਜੀ ਜੀ ਜੀ, ਕੁਝ ਪ੍ਰੋਵੋਕੇਸ਼ਨ ਤੇ ਹੋ ਸਕਦੀ ਹੈ, ਪਰ 32 ਐਮਐਲਏ ਦਾ ਅਚਾਨਕ ਇਕੱਠੇ ਹੋ ਜਾਣਾ, ਦੇਖੋ ਭਾਸਕਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ। ਉਹ ਜਿਹੜੀ ਖਬਰ ਹੈ ਉਹਦੇ ਵਿੱਚ ਇੱਕ ਜਗ੍ਹਾ ਇੱਕ ਛੋਟਾ ਜਿਹਾ ਮੋੜ ਹੈ ਕਿ ਉਹ ਖਬਰ ਕੈਪਟਨ ਨਵਰੋਧੀ ਖੇਮੇ ਨੇ ਜਿਹੜਾ ਵਾ ਉਹ ਦੱਸਿਆ, ਉਹਦੀ ਜਾਣਕਾਰੀ ਦੇ ਆਧਾਰ ਤੇ ਹੈ। ਕੈਪਟਨ ਨਵਰੋਧੀ ਖੇਮੇ ਦੀ ਜਾਣਕਾਰੀ ਦੇ ਆਧਾਰ ਤੇ ਲਾਈ ਗਈ ਹੈ। ਬੜੇ ਸੀਨੀਅਰ ਜਰਨਲਿਸਟ ਨੇ, ਬੜੇ ਸਤਿਕਾਰਯੋਗ ਨੇ ਸਾਡੇ, ਜਿਨ੍ਹਾਂ ਨੇ ਲਾਈ ਹੈ। ਲੇਕਿਨ ਮੈਂ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਕਿ ਆਖਰ ਇਹ ਗੱਲ ਕਿੱਦਾਂ ਤੁਰ ਪੈਂਦੀ ਆ, ਪੰਚਕੂਲੇ ਵਾਲੀ ਮੀਟਿੰਗ ਤੋਂ ਪਹਿਲਾਂ ਦਾ ਵੀ ਇੱਕ ਆਧਾਰ ਹੈ। ਮੈਂ ਡਾਕਟਰ ਸਾਹਿਬ ਉਹ ਥੋੜਾ ਜਿਹਾ ਇੱਕ ਮਿੰਟ ਦੇ ਵਿੱਚ ਮੈਂ ਉਹ ਗੱਲ ਕਹਿ ਦੂੰਗਾ ਕਿ ਰਾਹੁਲ ਗਾਂਧੀ ਦੇ ਦਫ਼ਤਰ ਦੇ ਵਿੱਚ ਇੱਕ ਹਾਵਰਡ ਦਾ ਪੜ੍ਹਿਆ ਹੋਇਆ ਇੱਕ ਬਹੁਤ ਉਹਨਾਂ ਦਾ ਅਸਿਸਟੈਂਟ ਹੈ, ਜਿਹਨੇ ਇਹ ਜ਼ਿੰਮਾ ਓੜਿਆ ਜਾਂ ਜਿਹਦੀ ਡਿਊਟੀ ਲਾਈ ਗਈ ਕਾਫੀ ਚਿਰ ਪਹਿਲਾਂ, ਜਿਹਨੇ ਪੰਜਾਬ ਵਿਜ਼ਿਟ ਕੀਤਾ, ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਔਰ ਸਿੱਧੂ ਨੂੰ ਅੱਗੇ ਵਧਾਉਣ ਲਈ, ਕੈਪਟਨ ਦੇ ਕੈਂਪ ਦੇ ਉਲਟ ਸਿੱਧੂ ਨੂੰ ਅੱਗੇ ਵਧਾਉਣ ਲਈ ਜਿਹੜੀ ਕਵਾਇਦ ਚੱਲੀ, ਉਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਅਫਸਰ ਨੂੰ ਮਿਲਿਆ ਗਿਆ, ਉਹਦੇ ਕੋਲੋਂ ਜਾਣਕਾਰੀ ਇਕੱਠੀ ਕਰਨ ਦਾ ਯਤਨ ਕੀਤਾ ਗਿਆ। ਲੇਕਿਨ ਉਸ ਤੋਂ ਉਹਨਾਂ ਦਿਨਾਂ 'ਚ ਚੰਨੀ ਵਿਰੋਧ 'ਚ ਸੀਗੇ। ਤੁਹਾਨੂੰ ਯਾਦ ਹੋਵੇ ਜਿਹੜਾ ਐਕਸਾਈਜ਼ ਦੇ ਮਾਮਲੇ 'ਚ ਵਿਰੋਧ ਹੋਇਆ ਸੀ, ਉਹਦੇ ਵਿੱਚ ਚੰਨੀ ਸਿਰਫ ਵਿਰੋਧ 'ਚ ਰਹਿ ਗਏ ਸੀ, ਬਾਕੀ ਸਾਰੇ ਕੈਪਟਨ ਅਮਰਿੰਦਰ ਸਿੰਘ ਨਾਲ ਸਹਿਮਤੀ ਬਣਾ ਗਏ ਸੀ, ਸਮੇਤ ਮਨਪ੍ਰੀਤ ਬਾਦਲ ਔਰ ਸੁਖਜਿੰਦਰ ਰੰਧਾਵਾ ਦੇ। ਚੰਨੀ ਇਕੱਲੇ ਸਾਈਡਲਾਈਨ ਹੋ ਗਏ ਸੀ। ਫਿਰ ਉਹ ਰਾਹੁਲ ਗਾਂਧੀ ਦਾ ਦੂਤ ਚੰਨੀ ਨੂੰ ਮਿਲਦਾ ਹੈ ਤੇ ਚੰਨੀ ਨੂੰ ਇਸ ਗੱਲ ਲਈ ਸਹਿਮਤ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਮਾਨਾਂਤਰ ਅਸੀਂ ਕਿਸ ਤਰੀਕੇ ਨਾਲ ਪਾਵਰ ਸੈਂਟਰ ਖੜਾ ਕਰ ਸਕਦੇ ਹਾਂ। ਤੇ ਫਿਰ ਉੱਥੋਂ ਗੱਲ ਨਿਕਲ ਕੇ ਸੁਖਜਿੰਦਰ, ਪਹਿਲਾਂ ਉਸ ਤੋਂ ਪਹਿਲਾਂ ਅਰੁਣਾ ਚੌਧਰੀ ਕੋਲ ਪਹੁੰਚਿਆ ਜਾਂਦਾ ਜਿਹੜੇ ਮਿਨਿਸਟਰ ਨੇ, ਲੇਕਿਨ ਉਹ ਬਹੁਤੀ ਹਾਮੀ ਨਹੀਂ ਭਰਦੇ। ਪਹਿਲਾਂ ਕਨਵਿੰਸ ਕਰ ਲਿਆ ਜਾਂਦਾ ਚੰਨੀ ਨੂੰ, ਚੰਨੀ ਤੋਂ ਬਾਅਦ ਅਰੁਣਾ ਚੌਧਰੀ, ਲੇਕਿਨ ਉਹ ਸਹਿਮਤੀ ਨਹੀਂ ਦਿੰਦੇ। ਫਿਰ ਸੁਖਜਿੰਦਰ ਸਿੰਘ ਰੰਧਾਵੇ ਤੱਕ ਪਹੁੰਚ ਕੀਤੀ ਜਾਂਦੀ ਹੈ ਕਿ ਭਾਈ ਤੁਹਾਨੂੰ ਬਹੁਤੀ ਦੇਰ ਬਰਦਾਸ਼ਤ ਨਹੀਂ ਕੀਤਾ ਜਾਣਾ, ਜਿੱਥੋਂ ਮੁੜ ਕੇ ਪੰਚਕੂਲੇ ਵਾਲੀ ਮੀਟਿੰਗ ਹੁੰਦੀ ਹੈ। ਜਿਹੜੀ ਮੀਟਿੰਗ ਸਿੱਧੂ ਨਾਲ ਕਰਵਾਈ ਜਾਂਦੀ ਆ ਉਹ ਵੈਲ ਪਲਾਨਡ ਸੀ, ਉਹ ਪਹਿਲਾਂ ਤੋਂ ਹੀ ਨਿਰਧਾਰਿਤ ਸੀ। ਸੋ ਇਸ ਤਰ੍ਹਾਂ ਦੀਆਂ ਖਬਰਾਂ ਵੀ ਨੇ ਜਿਨ੍ਹਾਂ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ, ਸਾਡੇ ਸਰੋਤ ਪੁਖਤਾ ਕਰਦੇ। ਲੇਕਿਨ ਅੱਜ ਜਿਸ ਸਥਿਤੀ 'ਚ ਗੱਲ ਪਹੁੰਚ ਗਈ ਆ ਕਿ ਹਾਈ ਕਮਾਂਡ ਪਹਿਲਾਂ ਤੋਂ ਹੀ ਚਾਹ ਰਿਹਾ ਕਿ ਪੰਜਾਬ ਦੇ ਵਿੱਚ ਸੱਤਾਧਰ ਪਰਿਵਰਤਨ ਹੋ ਜਾਏ, ਲੀਡਰਸ਼ਿਪ ਪਰਿਵਰਤਨ ਹੋ ਜਾਏ। ਤੁਸੀਂ ਇੱਕ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਨਿਯੁਕਤੀਆਂ ਨੂੰ ਲੈ ਕੇ, ਡਾਕਟਰ ਸਾਹਿਬ ਤੁਸੀਂ ਉਹ ਬੜਾ ਅਹਿਮ ਸਵਾਲ ਚੁੱਕਿਆ ਸੀ ਕਿ ਬੀਤੇ ਵਿੱਚ ਵਾਈਸ ਚਾਂਸਲਰਸ ਤੋਂ ਲੈ ਕੇ ਕਈ ਨਿਯੁਕਤੀਆਂ ਨੂੰ ਲੈ ਕੇ ਇਹ ਸਵਾਲ ਉੱਠਦੇ ਰਹੇ ਆ ਕਿ ਕੇਂਦਰੀ ਹਾਕਮ ਕੈਪਟਨ ਅਮਰਿੰਦਰ ਸਿੰਘ ਕੈਂਪ ਦੀਆਂ ਕਮਜ਼ੋਰੀਆਂ ਦਾ ਫਾਇਦਾ ਵੀ ਚੱਕ ਕੇ ਆਪਣੇ ਢੰਗ ਨਾਲ ਵੀ ਫੈਸਲੇ ਕਰਾਉਂਦੇ ਰਹੇ, ਜਿਹੜੇ ਕਾਂਗਰਸ ਹਾਈ ਕਮਾਂਡ ਨੂੰ ਚੁਭਦੇ ਨੇ। ਦੇਖੋ ਇਹ ਜਿਹੜੀ ਗੱਲ ਨਿਯੁਕਤੀਆਂ ਵਾਲੀ ਹੈ ਇਹ ਕਿਸੇ ਤੋਂ ਛੁਪੀ ਨਹੀਂ, ਬਲਕਿ ਗੱਲ ਸਪਸ਼ਟ ਦੇ ਤੌਰ ਦੇ ਉੱਤੇ ਹੈ ਕਿ ਕੈਪਟਨ ਸਾਹਿਬ ਇੱਕ ਪਾਸੇ ਜਿੱਥੇ ਬਾਦਲਾਂ ਨਾਲ ਸਮਝੌਤਾ ਕਰਕੇ ਬੈਠੇ ਨੇ, ਉਹਦੇ ਨਾਲ ਹੀ ਉਹਨਾਂ ਨੇ ਆਰਐਸਐਸ ਨਾਲ ਵੀ ਪੂਰਾ ਇੱਕ ਸਮਝੌਤਾ ਕੀਤਾ ਹੈ ਔਰ ਕੇਂਦਰ ਨਾਲ ਉਹਨਾਂ ਦੇ ਸਮਝੌਤੇ ਦੇ ਵਿੱਚ ਜਿੱਥੇ ਉਹਨਾਂ ਦੇ ਨਿੱਜੀ ਕੰਮ ਜਿਹੜੇ ਨੇ, ਭਾਵੇਂ ਉਹ ਈਡੀ ਦੀ ਜਿਹੜੀ ਹੈ ਇਨਕੁਆਇਰੀ ਹੈ ਤੇ ਭਾਵੇਂ ਉਹ ਜਿਹੜਾ ਉਹ ਕਿਸੇ ਦਾ ਵੀਜ਼ਾ ਹੋਣਾ ਜਾਂ ਦੂਜਾ ਹੋਣਾ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਦੇ ਨਾਲ ਜਿਹੜੀਆਂ ਨੇ ਉਹ ਜੁੜੀਆਂ ਨੇ। ਔਰ ਸ਼ਾਇਦ ਇਹਦੇ ਵਿੱਚ ਜਿਹੜੀ ਗੱਲ ਕੰਵਰ ਵਿਜੇ ਪ੍ਰਤਾਪ ਕਹਿੰਦਾ ਕਿ ਇੱਕ ਵੱਖਰੀ ਲੌਬੀ ਸੀਐਮ ਆਫਿਸ ਕੰਮ ਕਰਦੀ ਹੈ, ਸ਼ਾਇਦ ਉਹੀ ਲੌਬੀ ਹੋਵੇ ਜਿਹੜਾ ਇਹ ਸਾਰਾ ਕੁਝ ਜਿਹੜਾ ਕਰਵਾ ਰਹੀ ਹੈ। ਲੇਕਿਨ ਇੱਕ ਗੱਲ ਜਿਹੜੀ ਹੈ ਉਹ ਮੰਨ ਕੇ ਚੱਲੀਏ ਕਿ ਜਿਹੜਾ ਪਿੱਛੇ ਜਦੋਂ ਕ੍ਰਾਈਸਿਸ ਆਇਆ ਸੀ ਉਸ ਵੇਲੇ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਆਪਣਾ ਜਿਹੜਾ ਸਨ ਬਾਕੀ ਮੰਤਰੀ ਜਿਹੜੇ ਸਨ, ਉਹ ਕੋਈ ਵੀ ਚੀਫ ਮਿਨਿਸਟਰ ਦੀ ਤਬਦੀਲੀ ਨਹੀਂ ਸਨ ਮੰਗ ਰਹੇ, ਸਿਰਫ ਕਰ ਰਹੇ ਸਨ ਕਿ ਕੈਪਟਨ ਸਾਹਿਬ ਘਰੋਂ ਨਿਕਲਣ ਤੇ ਕੰਮ ਕਰਨ ਤੇ ਇਹ ਜਿਹੜਾ ਬੇਅਦਬੀ ਦਾ ਮਸਲਾ ਜਾਂ ਦੂਜੇ ਜਿਹੜੇ ਨੇ ਇਹਨਾਂ ਨੂੰ ਠੀਕ ਕਰਨ। ਔਰ ਉਹਨਾਂ ਦੀ ਉਹ ਵੀ ਇਸ ਕਰਕੇ ਸੀ ਕਿ ਉਹ ਕੈਪਟਨ ਦੇ ਧੜੇ ਦੇ ਹੀ ਪਹਿਲਾਂ ਬੰਦੇ ਸਨ, ਥੋੜ੍ਹੇ ਜਿਹੇ ਮਾਮੂਲੀ ਨਾਰਾਜ਼ ਹੋ ਕੇ ਗਏ ਸਨ, ਲੇਕਿਨ ਕੈਪਟਨ ਸਾਹਿਬ ਨੇ ਉਹਨਾਂ ਨੂੰ ਮਨਾਉਣ ਦੀ ਖਾਤਰ ਉਹਨਾਂ ਦੇ ਉੱਤੇ ਜਿਹੜਾ ਉਹ ਅਟੈਕ ਕਰਨੇ ਜਦੋਂ ਸ਼ੁਰੂ ਕੀਤੇ ਤੇ ਉਹ ਵੱਧਦੇ ਇਸ ਗੱਲ ਤੇ ਆ ਗਏ ਕਿ ਜਦੋਂ ਸਿੱਧੂ ਨਾਲ ਵੀ ਸਮਝੌਤਾ ਹੋ ਗਿਆ ਤੇ ਸਿੱਧੂ ਦੇ ਖੇਮੇ ਵਿੱਚੋਂ ਵੀ ਉਹਨਾਂ ਨੂੰ ਬਾਹਰ ਕੱਢ ਕੇ ਤੇ ਆਪਣੇ ਖੇਮੇ ਚੋਂ ਕੱਢ ਕੇ ਉਹਨਾਂ ਨੂੰ ਹਿੱਟ ਕਰਨਾ ਸ਼ੁਰੂ ਕੀਤਾ। ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਜੇ ਰੀਸ਼ਫਲ ਹੋਏ ਤੇ ਜੇਕਰ ਇਹ ਵੀ ਉਮੀਦ ਨਾ ਹੋਵੇ ਕਿ ਸਿੱਧੂ ਨੇ ਵੀ ਪ੍ਰੋਟੈਕਟ ਕਰਨਾ ਕਿ ਨਹੀਂ ਕਰਨਾ, ਉਹਨਾਂ ਲਈ ਆਪਣੇ ਆਪ ਦੀ ਸਟਰੈਂਥ ਜਿਹੜੀ ਬਣਾਉਣੀ ਜ਼ਰੂਰੀ ਹੈ, ਕਿਉਂਕਿ ਸੋਰਸਸ ਇਹ ਵੀ ਕਹਿੰਦੇ ਸਨ ਕਿ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਸੁਖ ਸਰਕਾਰੀਆ ਇਹਨਾਂ ਕੋਲ ਆਪਣੀ ਗਿਣਤੀ ਦੇ ਐਮਐਲਏ ਹੈ ਨੇ। ਸਭ ਤੋਂ ਜ਼ਿਆਦਾ ਸੁਖਜਿੰਦਰ ਰੰਧਾਵਾ ਦੇ ਕੋਲ ਐਮਐਲਏ ਨੇ ਔਰ ਬੜੇ ਸੋਲਿਡ ਐਮਐਲਏ ਨੇ ਜਿਹੜੇ ਕਿ ਚੀਫ ਮਿਨਿਸਟਰ ਨਾਲੋਂ ਵੀ ਵੱਧ ਨੇ। ਤੇ ਉਹ ਚੀਫ ਮਿਨਿਸਟਰ ਨਾਲ ਇਸ ਕਰਕੇ ਨੇ ਕਿ ਉਹ ਸੁਖਜਿੰਦਰ ਜਿਹੜਾ ਹੈ ਰੰਧਾਵੇ ਦੇ ਨਾਲ ਨੇ। ਦੂਜੀ ਗੱਲ ਇਹ ਵੀ ਸਮਝ ਕੇ ਰੱਖੋ ਕਿ ਇਹ ਜਿਹੜੇ ਚੀਫ ਮਿਨਿਸਟਰ ਨਾਲ ਜਿਹੜੇ ਜੁੜੇ ਐਮਐਲਏ ਨੇ ਜਾਂ ਮੰਤਰੀ ਨੇ, ਜਿਸ ਵੇਲੇ ਥੋੜ੍ਹਾ ਜਿਹਾ ਹਿਲਜੁਲ ਸ਼ੁਰੂ ਹੁੰਦੀ ਹੈ ਤੇ ਉਹਨਾਂ ਨੇ ਇੱਕਦਮ ਜਿਹੜਾ ਸ਼ਿਫਟ ਕਰ ਦੇਣਾ। ਅੱਜ ਕੋਈ ਵੀ ਜਿਹੜਾ ਐਮਐਲਏ ਜਿਹੜਾ ਹੈ ਜਾਂ ਕੋਈ ਵੀ ਜਿਹੜਾ ਉਹ ਜਿਹੜਾ ਹੋਰ ਮੰਤਰੀ ਜਿਹੜਾ ਹੈ ਉਹ ਕੈਪਟਨ ਦੇ ਹੱਕ 'ਚ ਬੋਲ ਨਹੀਂ ਰਿਹਾ, ਚੁੱਪ ਬੈਠਾ ਹੈ ਕਿ ਜਿਵੇਂ ਹਾਈ ਕਮਾਂਡ ਜਿਹੜੀ ਉਹ ਕਰੇਗੀ ਉਸ ਵੇਲੇ ਅਸੀਂ ਆਪਣੀਆਂ ਸੂਈਆਂ ਜਿਹੜੀਆਂ ਨੇ ਹਿਲਾ ਦਿਆਂਗੇ, ਨਹੀਂ ਤੇ ਕੈਪਟਨ ਜਿਹੜਾ ਉਹ ਅਲੱਗ ਥਲੱਗ ਹੈ। ਤੁਸੀਂ 15-20 ਐਮਐਲਏ ਕਹਿੰਦੇ ਹੋ, ਜੇ ਹਾਈ ਕਮਾਂਡ ਬਦਲਣਾ ਚਾਹੇ
ਤੇ ਸ਼ਾਇਦ ਕੈਪਟਨ ਨਾਲ 5-20 MLA ਜਿਹੜੇ ਨੇ ਜਾਂ ਮੰਤਰੀ ਜਿਹੜੇ ਨੇ ਨਾ ਰਹਿਣ। ਇੱਕ ਵੀ ਡਾਕਟਰ ਸਾਹਿਬ ਇੱਕ ਵੀ ਨਾ ਰਵੇ। ਲੇਕਿਨ ਮੈਂ ਇਹਦੇ ਚ ਥੋੜਾ ਜਿਹਾ ਐਡ ਆਨ ਕਰ ਦਿਆਂ, ਜੇ ਮੈਨੂੰ ਤੁਸੀਂ ਆਗਿਆ ਦਿਓ। ਭਾਸਕਰ ਸਾਹਿਬ, ਡਾਕਟਰ ਸਾਹਿਬ ਨੂੰ ਰੋਕਣਾ ਮੈਨੂੰ ਬੁਰਾ ਲੱਗ ਰਿਹਾ, ਲੇਕਿਨ ਸਮੇਂ ਦੀ ਬੜੀ ਕਿੱਲਤ ਹੈ, ਇਸ ਵੇਲੇ ਅਸੀਂ ਕਾਫੀ ਅੱਗੇ ਵਧ ਆਏ ਹਾਂ। ਡਾਕਟਰ ਸਾਹਿਬ, ਇੱਕ ਅਹਿਮ ਸਵਾਲ ਸੀਗਾ ਕਿ ਜਦੋਂ ਸ਼ੁਰੂਆਤ ਦੇ ਵਿੱਚ ਇਹ ਝਗੜਾ ਹੁੰਦਾ, ਕੈਬਨਿਟ ਦੇ ਵਿੱਚ ਰੌਲਾ ਪੈਂਦਾ, ਸੁਖਜਿੰਦਰ ਰੰਧਾਵਾ ਤੇ ਜਾਖੜ ਅਸਤੀਫਾ ਸੌਂਪਦੇ ਆ, ਉਸ ਤੋਂ ਬਾਅਦ ਜਦੋਂ ਲੜਾਈ ਅੱਗੇ ਵੱਧ ਜਾਂਦੀ ਹੈ ਤੇ ਇੱਕ ਮੌਕੇ ਤੇ ਕੈਪਟਨ ਅਮਰਿੰਦਰ ਸਿੰਘ ਭਰਤਿੰਦਰ ਚਹਿਲ ਨੂੰ ਭੇਜਦੇ ਆ ਸੁਖੀ ਰੰਧਾਵਾ ਦੇ ਘਰ। ਗੱਲ ਨਹੀਂ ਬਣਦੀ, ਉਹ ਨਹੀਂ ਮੰਨਦੇ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਖੁਦ ਸੁਖਜਿੰਦਰ ਰੰਧਾਵਾ ਨਾਲ ਫੋਨ ਤੇ ਗੱਲ ਕਰਦੇ ਆ। ਸੁਖਜਿੰਦਰ ਰੰਧਾਵਾ ਉਹਨਾਂ ਤੋਂ 2 ਦਿਨ ਦਾ ਸਮਾਂ ਮੰਗ ਲੈਂਦੇ ਆ। ਇਨ ਦਾ ਮੇਨ ਟਾਈਮ ਇਹਨਾਂ 'ਚ ਇੰਨੀ ਕੁ ਵੀ ਤਲਖੀ ਵੀ ਹੋ ਜਾਂਦੀ ਆ। ਸੁਖਜਿੰਦਰ ਰੰਧਾਵਾ ਇਹ ਕਹਿੰਦੇ ਆ ਵੀ ਤੁਸੀਂ ਆਪਣੇ ਅਫਸਰਾਂ ਨੂੰ ਮਨਾਉਣ ਲਈ ਤੇ ਉਹਨਾਂ ਦੇ ਘਰ ਚਲੇ ਜਾਂਦੇ ਹੋ, ਤੇ ਉੱਥੇ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿੰਦੇ ਆ ਕਿ ਇਹਦਾ ਮਤਲਬ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਘਰ ਆਵਾਂ ਤੁਹਾਨੂੰ ਮਨਾਉਣ। ਇਹ ਇੱਥੋਂ ਗੱਲ ਸੁਖਜਿੰਦਰ ਰੰਧਾਵਾ ਗੋਲਮੋਲ ਕਰਕੇ ਟਾਲ ਦਿੰਦੇ ਆ ਕਿ ਮੈਂ ਤੁਹਾਨੂੰ 2 ਦਿਨ ਤੱਕ ਦੱਸਦਾ। ਤੀਜੇ ਦਿਨ ਫਿਰ ਕੈਪਟਨ ਅਮਰਿੰਦਰ ਸਿੰਘ ਸੁਖੀ ਰੰਧਾਵਾ ਨੂੰ ਫੋਨ ਕਰਦੇ ਆ ਵੀ ਦੱਸੋ, ਤੁਸੀਂ ਦੱਸਿਆ ਨਹੀਂ ਮੈਨੂੰ। ਉਹ ਕਹਿੰਦੇ ਜੀ ਨਹੀਂ ਸੌਰੀ, ਮੈਂ ਕੈਪਟਨ ਸਾਹਿਬ ਤੁਹਾਡੇ ਨਾਲ ਚੱਲ ਨਹੀਂ ਸਕਣਾ। ਇਹ ਸਵਾਲ ਪੈਦਾ ਹੋ ਜਾਂਦਾ। ਇੱਥੋਂ ਹੀ ਅੱਗੇ ਗੱਲ ਵੱਧਦੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਜਿੱਦ ਨਾ ਛੱਡ ਕੇ ਆਪਣੇ ਜਿਹੜੇ ਨਾਲ ਚੱਲਣ ਵਾਲੇ ਸੋਲਿਡ ਬੰਦੇ ਸੀ ਉਹਨਾਂ ਸਾਰਿਆਂ ਨੂੰ ਅਟੈਕ ਤੇ ਲੈ ਲੈਂਦੇ ਆ। ਭਾਸਕਰ ਸਾਹਿਬ, ਇਹ ਸਵਾਲ ਬੜਾ ਅਹਿਮ ਆ ਕਿ ਪ੍ਰਤਾਪ ਸਿੰਘ ਬਾਜਵਾ ਨਾਲ ਜਿਉਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਬਣਦੀ ਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਸਕੇ ਸੀ, ਉਹ ਟਾਰਗੇਟ ਤੇ ਆ ਜਾਂਦੇ ਆ ਤੇ ਉਹਨਾਂ ਨੂੰ ਕਈ ਜਗ੍ਹਾ ਤੇ ਪਰੇਸ਼ਾਨੀ ਦਾ ਸਾਹਮਣਾ ਹੈ। ਹੁਣ ਜਦੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਾਕੀਆਂ ਨੂੰ ਕਹਿੰਦੇ ਹੋਣਗੇ ਕਿ ਯਾਰ ਚੱਲੇ ਤੇ ਇਕੱਠੇ ਸੀ, ਮੇਰੀ ਬਾਹ ਮਰੋੜਤੀ, ਤੁਸੀਂ ਕੁਸਕੇ ਤੱਕ ਨਹੀਂ। ਹੁਣ ਮੈਨੂੰ ਲੱਗਦਾ ਕਿ ਕੱਲੇ ਮਰਨ ਦੀ ਬਜਾਏ ਇਹਨਾਂ ਸੋਚਿਆ ਕਿ ਜਾਂ ਵਿਰੋਧ ਕਰੀਏ ਜਾਂ ਮਰਨਾ ਤਾਂ ਹੈ ਹੀ ਆ, ਜਾਂ ਫਿਰ ਹੁਣ ਇਹਨੂੰ ਡੂੰਘੇ ਪਾਣੀ 'ਚ ਇਸ ਕੈਂਪ ਨੂੰ ਲੈ ਜਾਈਏ, ਜਾਂ ਅਸੀਂ ਤਾਂ ਜਾਣਾ ਹੀ ਜਾਣਾ। ਇਸ ਸਥਿਤੀ ਦੇ ਵਿੱਚ ਡੂੰਘੇ ਪਾਣੀ 'ਚ ਕਾਂਗਰਸ ਚਲੇ ਜੂ। ਬਿਲਕੁਲ। ਅੱਜ ਦੇਖੋ ਕਾਂਗਰਸ ਦਾ ਗ੍ਰਾਫ, ਭਾਵੇਂ ਇਹ 2 ਖੇਮਿਆਂ ਦੀ ਗੱਲ ਹੋਏ, ਭਾਵੇਂ ਮੁੱਖ ਮੰਤਰੀ ਬਦਲਣ ਦੀ ਗੱਲ ਹੋਏ, ਤੁਸੀਂ ਇਹ ਦੇਖੋ ਰੰਧਾਵਾ ਜੀ 3 ਮਹੀਨੇ ਜਿਹੜੀ ਕਾਂਗਰਸ 3 ਮਹੀਨੇ ਪਹਿਲੇ ਜਿਹੜੀ ਕਾਂਗਰਸ ਦੀ ਸਥਿਤੀ ਸੀਗੀ, ਜਿੰਨੇ ਵੀ ਪੋਲ ਐਕਸਪਰਟ ਸੀਗੇ ਉਹ ਇਹੀ ਕਹਿੰਦੇ ਸੀਗੇ ਕਿ ਵੀ ਅਲਟੀਮੇਟਲੀ ਕਾਂਗਰਸ ਬਾਈ ਡਿਫਾਲਟ ਦੁਬਾਰਾ ਰਿਪੀਟ ਕਰੇਗੀ, ਕਿਉਂਕਿ ਦੂਜੀ ਪੋਲੀਟੀਕਲ ਪਾਰਟੀਆਂ ਦੂਜੇ ਨੰਬਰ ਤੇ ਵੀ ਕਿਸੇ ਜਗ੍ਹਾ ਨਜ਼ਰ ਨਹੀਂ ਆ ਰਹੀ ਸੀ। ਪਰ ਅੱਜ ਸਥਿਤੀ ਐਵੇਂ ਕਿ ਕਾਂਗਰਸ ਦੇ ਰਫੜ ਨੂੰ ਦੇਖ ਕੇ ਜਾਂ ਤੇ ਹੰਗ ਅਸੈਂਬਲੀ ਦੇ ਚਾਂਸਸ ਲੱਗਦੇ ਨੇ, ਜਾਂ ਫਿਰ ਅਕਾਲੀ ਦਲ ਥੋੜਾ ਜਿਹਾ ਗਾਂਹ ਵੱਧਦਾ ਨਜ਼ਰ ਆਉਂਦਾ ਹੈ। ਇਦਾਂ ਦੇ ਹਾਲਾਤ ਵਿੱਚ ਤੁਸੀਂ ਇਹ ਦੇਖੋ ਕਿ ਇਹ ਅਗਰ ਹੋਰ ਜਿਹੜੀ ਟਸਲ ਹੈ ਕਾਂਗਰਸ ਦੇ ਵਿੱਚ 1-2 ਮਹੀਨੇ ਹੋਰ ਚੱਲ ਗਈ ਔਰ ਕਿਸੇ ਬੰਨੇ ਨਹੀਂ ਲੱਗੀ ਤੇ ਕਾਂਗਰਸ ਨੂੰ ਨੁਕਸਾਨ ਹੋਣਾ ਲੱਗਦਾ ਹੈ। ਨਹੀਂ ਪਰ ਜਦੋਂ ਤੁਸੀਂ ਅਕਾਲੀ ਦਲ ਦਾ ਜ਼ਿਕਰ ਕਰਦੇ ਹੋ, ਮੈਂ ਸਾਂਝਾ ਸਵਾਲ ਕਰ ਲੈਣਾ। ਸਾਰੇ ਦੇ ਸਾਰੇ ਜਿੰਨੇ ਵੀ ਹਮਲੇ ਆ ਉਹ ਤਾਂ ਅਕਾਲੀ ਦਲ ਵੱਲ ਸਿੱਧਤ ਆ। ਅਸੀਂ ਬੇਅਦਬੀ ਲੈ ਲਈਏ, ਨਸ਼ੇ ਲੈ ਲਈਏ, ਅਸੀਂ PPA ਐਗਰੀਮੈਂਟ ਲੈ ਲਈਏ, ਬਿਜਲੀ ਦੇ ਸਮਝੌਤੇ, ਲੈਂਡ ਮਾਫੀਆ ਮਾਫ ਕਰਨਾ ਜਿਹੜਾ ਹੈਗਾ, ਕੇਬਲ ਮਾਫੀਆ, ਤੇ ਬਾਕੀ ਸਾਰੇ ਇਹ ਇਲਜ਼ਾਮ ਤਾਂ ਸਿੱਧੂ ਲਾਉਂਦੇ ਤਾਂ ਅਕਾਲੀਆਂ ਤੇ। ਜੇਕਰ ਲੜਾਈ ਹੋਊਗੀ, ਜਿਹੜੇ ਸਾਰੇ ਦੇ ਸਾਰੇ ਹਮਲੇ ਅਕਾਲੀਆਂ ਤੇ ਹੋਣਗੇ, ਅਕਾਲੀਏ ਉਹਦੇ ਵਿੱਚੋਂ ਨਿਕਲ ਕੇ ਕਿੱਦਾਂ ਆਉਣਗੇ? ਮੈਂ ਇਹ ਸਮਝਦਾ ਹੈ ਕਿ ਜਿਹੜੀ ਇਹ ਵੀ ਇੱਕ ਬੜੀ ਵੱਡੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਦੁਬਦਾ ਹੈ ਕਿ ਜਿਹੜੀ ਲੜਾਈ ਹੋ ਰਹੀ ਆ ਉਹ ਲੜਾਈ ਤੇ ਇਸ ਗੱਲ ਤੇ ਹੋ ਰਹੀ ਹੈ ਕਿ ਜਿਹੜੇ ਅਕਾਲੀਆਂ ਦੇ ਕੀਤੇ ਹੋਏ ਗਲਤ ਕੰਮ ਆ ਉਹਨਾਂ ਨੂੰ ਤੁਸੀਂ ਕਟਹਿਰੇ 'ਚ ਨਹੀਂ ਲਿਆਂਦਾ, ਤੇ ਅਕਾਲੀਏ ਉੱਥੋਂ ਕਿੱਦਾਂ ਉੱਭਰ ਆਉਣਗੇ ਸਾਰੀ ਲੜਾਈ 'ਚੋਂ? ਇਹ ਬੜਾ ਵੱਡਾ ਸਵਾਲ ਆ। ਡਾਕਟਰ ਸਾਹਿਬ, ਤੁਸੀਂ ਵੀ ਟਿੱਪਣੀ ਦਿਓ ਇੱਥੇ ਨਾਲ। ਇਹਦੇ 'ਚ ਜੇ ਸੋਸ਼ਲ ਸਟੈਟਸ ਦੇ ਤੌਰ 'ਤੇ ਤੁਸੀਂ ਗੱਲ ਸੋਚੋ ਤੇ ਇਹਦਾ ਫੈਸਲਾ ਜਿਹੜਾ ਅਗਲੀ ਇਲੈਕਸ਼ਨ ਦਾ ਫੈਸਲਾ ਜਿਹੜਾ ਹੈ ਉਹ ਕਾਂਗਰਸ, ਅਕਾਲੀ ਜਾਂ ਦੂਜੇ ਨਾਲ ਨਹੀਂ ਹੋਣਾ, ਕਿਉਂਕਿ ਇੱਕ ਗੱਲ ਮੰਨ ਕੇ ਚੱਲੋ, ਜਿਹੜੀ ਗੱਲ ਤੁਸੀਂ ਕਹੀ ਹੈ, ਅਜੇ ਤੱਕ ਅਕਾਲੀ ਦਲ ਜਿਹੜਾ ਹੈ ਉਹ ਰਿਹੈਬਿਲਿਟੇਟ ਨਹੀਂ ਹੋਇਆ। ਅਜੇ ਵੀ ਉਹ ਪੰਥਕ ਹਲਕਿਆਂ 'ਚ ਔਰ ਪਿੰਡਾਂ ਦੇ ਵਿੱਚ ਉਹ ਅਨਟੱਚੇਬਲ ਵਕਨ ਜਿਹੜੀ ਹੈ ਉਹਦੀ ਪੋਜੀਸ਼ਨ ਜਿਹੜੀ ਹੈ ਉਹ ਬਣੀ ਹੋਈ ਹੈ। ਇਸ ਹਾਲਤ ਵਿੱਚ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਕੈਂਡੀਡੇਟ ਜਿਹੜਾ ਹੈ ਉਹਦਾ ਫੈਸਲਾ ਹੁੰਦਾ ਹੈ ਕਿ ਉਹ ਕਿਉਂ ਜਾਏ ਤੇ ਕਿ ਉਹਨੂੰ ਅਸੀਂ ਕਿਹਨੂੰ ਚੁਣਨਾ, ਨਾ ਕਿ ਉਹ ਕਾਂਗਰਸ ਦਾ ਹੈ, ਉਹ ਕੈਪਟਨ ਦਾ ਹੈ, ਕਿ ਉਹ ਸਿੱਧੂ ਦਾ ਹੈ, ਕਿ ਉਹ ਜਿਹੜਾ ਸੁਖਜਿੰਦਰ ਦਾ ਹੈ। ਇਹ ਗੱਲ ਨਹੀਂ ਹੋਣੀ। ਉਹ ਹਰ ਜਿਹੜਾ MLA ਜਿਹੜਾ ਹੈ ਜਿਹਨੂੰ ਟਿਕਟ ਮਿਲਣੀ ਹੈ ਜਾਂ ਜਿਹੜਾ MLA ਹੈ ਉਹਦੀ ਪਰਫਾਰਮੈਂਸ ਔਰ ਉਹਦੇ ਸੰਬੰਧਾਂ ਨਾਲ ਹੋਣਾ ਹੈ, ਔਰ ਉਹਦਾ ਫੈਸਲਾ ਉਹਨਾਂ ਦੇ ਲੋਕਾਂ ਨੇ ਜਿਹੜਾ ਕਰਨਾ ਹੈ। ਔਰ ਉਸ ਹਾਲਤ ਵਿੱਚ ਫਿਰ ਕਾਂਗਰਸ ਜਿਹੜੀ ਹੈ ਉਹ ਅਪਰ ਹੈਂਡ ਜਿਹੜੀ ਹੈ ਉਹ ਲੈ ਜਾਂਦੀ ਹੈ। ਉਹਦਾ ਕਾਰਨ ਇਹ ਹੈ ਕਿ ਆਪ ਜਿਹੜੀ ਹੈ ਉਹ ਫਿਰ ਬਿਖਰ ਰਹੀ ਹੈ। ਜਿਸ ਵੇਲੇ ਕੇਜਰੀਵਾਲ ਦਾ ਇਹ ਕਹਿਣਾ ਕਿ ਭਗਵੰਤ ਮਾਨ ਦੀ ਕੈਪੈਸਿਟੀ ਕੋਈ ਨਹੀਂ, ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਕੁਝ ਪਾਰਟੀਆਂ ਦਾ ਜਿਹੜਾ ਹੈ ਉਹ ਆਪਣੇ ਆਪ 'ਚ ਵੱਖਰਾ ਜਿਹੜਾ ਉਹ ਆਧਾਰ ਬਣਾਉਣਾ, ਜਿਹੜਾ ਚੀਮਾ ਔਰ ਭਗਵੰਤ ਮਾਨ ਦਾ ਜਿਹੜਾ ਮਸਲਾ ਹੈ, ਔਰ ਉਹਦੇ ਨਾਲ ਹੀ ਜਿਹੜਾ ਹੈ ਉਹ ਅਕਾਲੀ ਦਲ ਦੇ ਵਿੱਚ ਭਾਵੇਂ ਲੋਕ ਟੁੱਟ ਕੇ ਆ ਰਹੇ ਨੇ, ਲੇਕਿਨ ਉਹ ਅਜੇ ਤੱਕ ਆਪਣੇ ਆਪ ਨੂੰ ਉਹ ਰਿਹੈਬਿਲਿਟੇਟ ਨਹੀਂ ਕਰ ਸਕੇ, ਜਿਹੜੇ ਕਿ ਲੰਬੇ ਸਮੇਂ ਤੋਂ ਸੁਖਬੀਰ ਬਾਦਲ ਦੀ ਕੋਸ਼ਿਸ਼ ਜਿਹੜੀ ਹੈ ਹੋਣ ਦੇ ਬਾਵਜੂਦ। ਸੋ ਉਹਦੇ ਵਿੱਚ ਜਿਹੜੀ ਗੱਲ ਭਾਸਕਰ ਉਹਨਾਂ ਨੇ ਕਹੀ ਹੈ ਉਹ ਠੀਕ ਹੈ। ਇਹ ਸਥਿਤੀ ਦੇ ਵਿੱਚ ਹਰ ਜਿਹੜਾ ਕੈਂਡੀਡੇਟ ਆਪਣੀ ਸਟਰੈਂਥ 'ਤੇ ਆਏਗਾ, ਲੇਕਿਨ ਉਹਦੇ ਵਿੱਚ
ਕਲੀਅਰ ਮੈਜੋਰਟੀ ਸ਼ਾਇਦ ਕੋਈ ਨਾ ਲੈ ਸਕੇ, ਹੰਗ ਅਸੈਂਬਲੀ ਹੋਏਗੀ ਔਰ ਉਹ ਜੋੜ ਤੋੜ ਦੀ ਰਾਜਨੀਤੀ ਦੇ ਵਿੱਚ ਸ਼ਾਇਦ ਜੇਕਰ ਇਹ ਚੀਫ ਮਿਨਿਸਟਰ ਦੀ ਬਦਲੀ ਜਾਂ ਦੂਜੇ ਦੇ ਵਿੱਚ ਉਸ ਤੋਂ ਬਾਅਦ ਕੈਪਟਨ ਜਿਹੜੇ ਹੈ ਉਹ ਪੋਲੀਟੀਕਲੀ ਨੌਨ ਐਗਜ਼ਿਸਟੈਂਟ ਦੇ ਤੌਰ ਤੇ ਵਰਕ ਕਰਨਾ ਉਹਨਾਂ ਨੇ, ਉਸ ਤੋਂ ਬਾਅਦ ਸ਼ਾਇਦ ਉਹ ਕੋਈ ਐਕਟਿਵਲੀ ਕੰਮ ਵੀ ਨਾ ਕਰਨ। ਡਾਕਟਰ ਸਾਹਿਬ ਕਾਫੀ ਸਮਾਂ ਹੋ ਗਿਆ, ਆਪਾਂ 30 ਮਿੰਟ ਉਲੰਘ ਆਏ ਆ। ਭਾਸਕਰ ਸਾਹਿਬ ਜਾਂਦੇ ਜਾਂਦੇ ਕੋਈ ਟਿੱਪਣੀ ਲੰਬੀ ਨਾ ਲੈ ਕੇ ਜਾਏ। ਦੇਖੋ, ਜੋ ਵੀ ਕੁਝ ਹੋ ਰਿਹਾ ਹੈ ਇਹਦਾ ਜਲਦ ਤੋਂ ਜਲਦ ਫੈਸਲਾ ਨਹੀਂ ਹੁੰਦਾ ਤੇ ਇਹਦਾ ਨੁਕਸਾਨ ਕਾਂਗਰਸ ਨੂੰ ਹੋਣਾ ਹੀ ਹੋਣਾ ਹੈ। ਜਿੰਨਾ ਕੁ ਇਹ ਐਪੀਸੋਡ ਲੰਬਾ ਖਿੱਚੇਗਾ, ਕੋਈ ਫੈਸਲਾ ਨਹੀਂ ਹੋਏਗਾ ਤੇ ਕਾਂਗਰਸ ਨੂੰ ਜਿੱਦਾਂ ਕਹਿੰਦੇ ਨਾ ਐਗਜ਼ਾਮ ਤੋਂ ਪਹਿਲੇ ਮੁੜ ਕੇ ਮਿਹਨਤ ਕਰਨੀ ਪਏਗੀ, ਸਾਰਾ ਸਿਲੇਬਸ ਪੁਰਾਣਾ ਹੋ ਜਾਏਗਾ। ਤੇ ਗੱਲ ਸਿਰਫ ਇਹ ਜਿਹੜੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਲੜਾਈ ਸ਼ੁਰੂ ਹੋਈ ਹੈ ਉਹਨਾਂ ਵਿੱਚੋਂ ਇੱਕ ਮੁੱਦਾ ਹੈ ਜਿਹਦਾ ਹੱਲ ਇਮੀਡੀਏਟਲੀ ਹੋ ਸਕਦਾ ਹੈ, ਉਹ ਹੈਗਾ ਡਰੱਗ ਦੇ ਮੁੱਦੇ ਤੇ ਬੰਦ ਲਿਫਾਫਿਆਂ ਦਾ ਖੁੱਲ੍ਹਣਾ। ਬਾਕੀ ਜਿਹੜਾ ਬੇਅਦਬੀ ਦੇ ਮੁੱਦੇ ਹੈ, ਇੱਕ ਲੌਂਗ ਪ੍ਰੋਸੈਸ ਹੈਗਾ, ਲੀਗਲ ਪ੍ਰੋਸੈਸ ਹੈਗਾ। PPA ਐਗਰੀਮੈਂਟ ਨੂੰ ਰੱਦ ਕਰਨ ਦੀ ਗੱਲ ਹੈਗੀ ਹੈ, ਉਹਦੇ ਵਾਸਤੇ ਪੂਰੀ ਲੀਗਲ ਕਾਰਵਾਈ ਕਵਾਇਦ ਚਾਹੀਦੀ ਹੈ ਔਰ ਉਹਦਾ ਅਲਟਰਨੇਟਿਵ ਚਾਹੀਦਾ ਹੈ। ਜਦ ਪਾਵਰ ਸ਼ੋਰਟੇਜ ਹੋਏਗੀ ਤਾਂ ਉਹਨੂੰ ਆਪਾਂ ਕਿੱਦਾਂ ਦੂਰ ਕਰਾਂਗੇ। ਜਿਹੜੇ ਇਹ ਤਿੰਨ ਜਿਹੜੇ ਮੁੱਦੇ ਹੈਗੇ ਨੇ ਉਹਦੇ ਵਿੱਚ ਮਾਈਨਿੰਗ ਦੇ ਮੁੱਦੇ ਨੂੰ ਇਮੀਡੀਏਟਲੀ ਹੱਲ ਕੀਤਾ ਜਾ ਸਕਦਾ ਹੈ ਜਦ ਤੁਸੀਂ ਸਖਤੀ ਕਰ ਦਿਓ। ਉਹ ਕਿਸੇ ਜਗ੍ਹਾ ਨਜ਼ਰ ਆ ਨਹੀਂ ਰਹੀ ਤੇ ਇਸ ਮੁੱਦੇ ਦੇ ਉੱਤੇ ਹਾਈ ਕਮਾਨ ਨੂੰ ਛੇਤੀ ਤੋਂ ਛੇਤੀ ਫੈਸਲਾ। ਭਾਸਕਰ ਸਾਹਿਬ ਕਿਹੜੀਆਂ ਭੋਲੀਆਂ ਗੱਲਾਂ ਕਰਦੇ ਹੋ? ਮਾਈਨਿੰਗ ਤੇ ਤੁਸੀਂ ਮੈਂ ਕਰਦੇ ਆ, ਮਾਈਨਿੰਗ ਉਹ ਕਰਦੇ ਆ ਜਿਨ੍ਹਾਂ ਦੇ ਇੱਕ ਗੱਡੀ ਅੱਗੇ ਚੱਲਦੀ, ਇੱਕ ਪਿੱਛੇ ਚੱਲਦੀ ਆ, ਤੇ ਉਹ ਸਾਰੇ ਇਸ ਧੜੇ 'ਚ ਨਹੀਂ ਹੋਣਗੇ ਤੇ ਉਸ ਧੜੇ 'ਚ ਹੋਣਗੇ। ਘਰ ਦੇ ਵਿੱਚ ਤਾਂ ਸਭ ਚੱਲਦਾ ਹੈ। ਦੋਸਤੋ, ਕੀ ਪੰਜਾਬ ਦੇ ਵਿੱਚ ਇੱਕ ਗੱਲ ਅਖੀਰੀ ਮੈਂ ਕਹਿਣਾ ਚਾਹੁੰਦਾ ਕਿ ਸਿਰਫ ਫੈਸਲਾ ਵੋਟਾਂ ਦਾ ਜੇਕਰ ਕਿਸੇ ਤੇ ਹੋਣਾ ਹੈ ਤੇ ਉਹ ਫੈਸਲਾ ਹੋਣਾ ਇੱਕ ਬਿਜਲੀ ਦਾ ਤੇ ਦੂਜਾ ਬੇਅਦਬੀ ਦਾ। ਬੇਅਦਬੀ ਦੇ ਦੋ ਮਸਲੇ ਨੇ, ਬਾਕੀ ਮਸਲੇ ਇਕਨੋਮਿਕ ਨੇ। ਸ਼ਾਇਦ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੋ ਜਿਹੀ ਧੜੇਬੰਦੀ ਤੇ ਜਿਹੋ ਜਿਹੀ ਲੋਕਾਂ ਦੀ ਸੋਚ ਹੈ, ਬਾਕੀ ਇਸ਼ੂ ਜਿਹੜੇ ਨੇ ਉਹ ਘੱਟ ਮਹੱਤਤਾ ਰੱਖਣਗੇ। ਸਿਰਫ ਦੋ ਇਸ਼ੂ ਜਿਹੜੇ ਨੇ ਬੇਅਦਬੀ ਔਰ ਬਿਜਲੀ ਦਾ, ਜੇਕਰ ਜਿਹੜਾ ਵੀ ਨਵਾਂ ਮੁੱਖ ਮੰਤਰੀ ਆਉਂਦਾ ਜੇ ਉਹ ਸੈਟਲ ਕਰ ਦੇਵੇ ਤੇ ਇਹ ਗੱਲ ਜਿਹੜੀ ਹੈ ਬਿਲਕੁਲ ਵੱਖਰੀ ਹੋਏਗੀ। ਔਰ ਸੈਟਲ ਕਰਨ ਦਾ ਮਤਲਬ ਇਹ ਹੈ ਕਿ ਜਿਵੇਂ ਇਹ ਹੈ ਕਿ ਇੱਕ ਵਾਰੀ ਤੇ ਬਿਜਲੀ ਦੇ ਬਿੱਲ ਰੱਦ ਕਰ ਦਿਓ, ਦੇਖੀ ਜਾਏਗੀ ਸੁਪਰੀਮ ਕੋਰਟ ਤੱਕ ਲੜਦੇ ਰਹਾਂਗੇ ਜੋ ਹੋਏਗਾ। ਔਰ ਲੋਕਾਂ ਨੂੰ ਲੱਗੇਗਾ ਕਿ ਪੰਜਾਬੀ ਸੁਭਾਅ ਦੇ ਵਿੱਚ ਵੀ ਇਹ ਹੈ ਕਿ ਇੱਕ ਵਾਰੀ ਗੱਲ ਜਿਹੜਾ ਵੇਖੋ ਜੀ, ਬੰਦਾ ਜਿਹੜਾ ਉਹ ਹੌਸਲੇ ਨਾਲ ਉਹਨੇ ਕੰਮ ਤੇ ਕੀਤਾ ਨਾ, ਪਰਫਾਰਮ ਤੇ ਕੀਤਾ ਨਾ, ਇਹਨੇ ਤੇ ਸਾਰੀ ਹਵਾ ਬਦਲ ਸਕਦੀ ਹੈ। ਜੀ ਡਾਕਟਰ ਸਾਹਿਬ ਬਹੁਤ ਮਿਹਰਬਾਨੀ। ਇਹਦੇ ਵਿੱਚ ਨਸ਼ਾ ਵੀ ਬੜਾ ਹੈ, ਜੇ ਕੋਈ ਨਸ਼ੇ ਦੇ ਵਿੱਚ ਵੀ ਸਖਤ ਕਾਰਵਾਈ ਇੱਕ ਅੱਧ ਹੋ ਜੇ ਤਾਂ ਮੇਰਾ ਖਿਆਲ ਹੈ ਕਾਫੀ ਇੱਕ ਮੈਸੇਜ ਚਲੇ ਜਾਊਗਾ। ਲੇਕਿਨ ਦੋਸਤੋ, ਅਗਲੇ ਦਿਨਾਂ ਦੇ ਵਿੱਚ ਇਹ ਬੜਾ ਵੇਖਣਾ ਅਹਿਮ ਹੋਊਗਾ ਕਿ ਕੀ ਕਾਂਗਰਸ ਪੰਜਾਬ ਕਾਂਗਰਸ ਦਾ ਰੂਪ ਵੀ ਧਾਰ ਲੈਂਦੀ ਜਾਂ ਕਾਂਗਰਸ ਪੰਜਾਬ ਨਾਮ ਦਾ ਸੰਗਠਨ ਵੀ ਆ ਜਾਂਦਾ। ਜੇ ਲੜਾਈ ਹਾਈ ਕਮਾਂਡ ਟਾਲਣ 'ਚ ਸਮਰੱਥ ਨਾ ਹੋਈ ਤਾਂ ਕੀ ਨਵਜੋਤ ਸਿੰਘ ਸਿੱਧੂ ਇਹਨਾਂ ਸਾਰੇ ਜਿੰਨੇ ਹੁਣ ਇਸ ਵੇਲੇ ਬਹੁਤ ਟੇਢੇ ਚੱਲ ਰਹੇ ਇਹਨਾਂ ਸਾਰਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਅੰਦਰ ਹੀ ਇੱਕ ਨਵੀਂ ਕਾਂਗਰਸ ਦਾ ਗਠਨ ਹੋ ਜਾਊ ਤੇ ਇੱਕ ਬਹੁਤ ਵੱਡਾ ਧੜਾ ਜਿਹੜਾ ਬਾਕੀ ਪਾਰਟੀਆਂ 'ਚੋਂ ਵੀ ਆ ਜਾਊ, ਸਿੱਧੂ ਦੀ ਅਗਵਾਈ ਦੇ ਵਿੱਚ ਅੱਗੇ ਨਵੀਂ ਇਲੈਕਸ਼ਨ ਦੇ ਵਿੱਚ ਨਵੀਂ ਧਿਰ ਵਜੋਂ ਲੜੇਗਾ? ਇਹ ਬੜਾ ਅਹਿਮ ਸਵਾਲ ਆ। ਕਈ ਜਗ੍ਹਾ ਕਾਂਗਰਸ ਦਾ ਵਿਭਾਜਨ ਹੋਇਆ, ਮਮਤਾ ਬੈਨਰਜੀ ਕਾਂਗਰਸ ਦੇ ਵਿੱਚੋਂ ਨਿਕਲ ਕੇ ਕਾਂਗਰਸ ਬਣਾ ਲੈਂਦੀ ਹੈ ਔਰ ਸ਼ਰਦ ਪਵਾਰ ਅੱਜ ਪਾਵਰਫੁਲ ਇਨਸਾਨ ਨੇ, ਲੇਕਿਨ ਕਦੇ ਉਹ ਕਾਂਗਰਸ ਦਾ ਵੱਡਾ ਚਿਹਰਾ ਸੀਗੇ। ਇਸ ਜਗਨ ਦੀ ਗੱਲ ਕਰੀਏ ਅਸੀਂ, ਜਗਨ ਰੈਡੀ ਜਿਹੜੇ ਆ, ਉਸ ਤੋਂ ਇਲਾਵਾ ਹੋਰ ਵੀ ਕਈ ਜਗ੍ਹਾ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ। ਕਾਂਗਰਸ 'ਚ ਇਹ ਕਲੇਸ਼ ਠੱਲਣ ਦੇ ਵਿੱਚ ਨਾਕਾਮਯਾਬ ਹੁੰਦੀ ਆ ਤਾਂ ਤੁਹਾਨੂੰ ਕਾਂਗਰਸ ਦੇ ਰੂਪ 'ਚ ਇੱਕ ਖੇਤਰੀ ਪਾਰਟੀ ਵੇਖਣ ਨੂੰ ਮਿਲ ਸਕਦੀ ਆ। ਇਹ ਵੀ ਸਵਾਲ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਉਠਾਵਾਂਗੇ ਕਿ ਕੀ ਕਾਂਗਰਸ ਹੀ ਰਲ ਕੇ ਦਿੱਲੀ ਜਾਣ ਦੀ ਬਜਾਏ ਅਗਲੀ ਵਾਰੀ ਮੋਹਾਲੀ ਜਾਂ ਚੰਡੀਗੜ੍ਹ 'ਚ ਫੈਸਲੇ ਕਰਨ ਲਈ ਲੋਕਲ ਕਾਂਗਰਸ ਵੀ ਬਣਾ ਲੈਣਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।